भरम भुलानिया दूजे लगा हेत लख सिंगार बनाया कारज नाही केत जित दिन देह बिन ससी तित बेला कैसन प्रेत पकड़ चलाए न दूत जमा किसै न देनी पेत छड़ खड़ोते खिन माहे जिन स्यों लगा हेत हाथ मरोड़ तन कपे स्याहो हुआ सेत जिहा बीज सो लुण कर्म संधड़ा खेत नानक प्रभ शरणागति चरण बोहित प्रभ देत से पादोय नरक न पाइय गुर रखण वाला हेत। वाहिगुरु जी का खालसा वाहिगुरु जी की फतेह। जुगो जुग अटल चवर छतर तखत दे मालक भगत वसल दीन दयाल पातशाह धन धन साहिब श्री गुरु ग्रंथ साहिब महाराज जी दी पावन पवित्र हजूरी अंदर अमृत वेले तो सज रही गुरु प्यारी खालसा साध संगत जियो। आप सरबत संगतां वड्डियां भागां वाले हो जो पावन संग्राम के दिहाड़े दे संबंध के अंदर गुरु महाराज के पावन दरबार दियां हाजरियां भर के अपना अमोलक घड़ियां सफलियां कर रहे हो। अमृत वेले आसा जी की वार दे कीर्तन उपरंत अमृत वेले पंच बाणियां दे नितनेम 12वां पाठ संपूर्ण श्रवण कीते हन। सो जितना को पल समा मिलिया है उस समय दे विच रह करके आप जी दे नाल सखरांत महीने दा जो पावन शब्द है जो श्री गुरु अर्जन देव महाराज दे पावन मुखार बिंद तो श्री गुरु ग्रंथ साहिब महाराज जी दे पावन अंग 133 दे ऊपर दर्ज है। इस बाणी के अंदर गुरु महाराज ने 12 महीनियां दे परथाए पावन उपदेश बख्शिश कीते हैं। सो जो भादों महीने की प्रारंभता होने जा रही है इस महीने के पावन उपदेश की विचार आप जी दे नाल साझी करनी है। इस शब्द के अंदर गुरु महाराज गुरु अर्जन देव पातशाह जी ने जीव के भरम की गल की है कि जीव अपने भरम दे विच खुबिया होया है कि वो इस भरम दे विच ही सारा जीवन बतीत कर दिंदा है। सारी उम्र है जिहड़ी अपने इस तन देही नूं सवारन दे विच ला दिंदा है पर अंत समय जिहड़े जामणे इनू फड़ के लै जांदे ने ते नरकां दे विच सुट दिंदे ने। फिर जिहो जिहा इन्हें कोई बीज बीजिया होवेगा ओहो जिही इनू फसल प्राप्त होवेगी। भाव जिहो जे इहदे कर्म होणगे उस दे अनुसार इनू सजावां मिलणगीਆਂ। सो गुरु महाराज कहण लगे जो अकाल पुरख परमात्मा नाल जुड़े हुए ने फिर अंत समय अकाल पुरख परमात्मा आप ही इस भादों दे महीने विच किरपा करके अपने जीवां दी रखिया करदे हन ते उन्हां ते मेहर बख्शिश करके उस अकाल पुरख परमात्मा दी किरपा दे दृष्टि दे नाल ਉਹ ਫਿਰ ਜਮਾਂ ਦੀ ਮਾਰ ਤੋਂ ਜੀਵ ਨੇ ਜਿਹੜੇ ਬਚ ਜਾਂਦੇ ਹਨ। ਸੋ ਸਾਧ ਸੰਗਤ ਜੀ ਗੁਰੂ ਮਹਾਰਾਜ ਨੇ ਜੋ ਭਾਦੋਂ ਮਹੀਨੇ ਦੇ ਰਾਹੀਂ ਇਹ ਪਾਵਨ ਉਪਦੇਸ਼ ਦੇਣਾ ਕੀਤਾ ਹੈ ਇਸ ਸ਼ਬਦ ਦੇ ਅੰਦਰ ਜੋ ਸਾਨੂੰ ਤਾਕੀਦ ਕੀਤੀ ਹੈ ਉਸ ਨੂੰ ਬੜੇ ਹੀ ਪ੍ਰੇਮ ਦੇ ਨਾਲ ਸ਼ਰਵਣ ਕਰੀਏ।
ਸੋ ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਲਵਾਈਏ ਹਾਜ਼ਰੀ। ਕੋਈ ਰਸਨਾ ਵਾਂਝੀ ਨਾ ਰਵੇ, ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਤੋਏ ਭਰਮ ਬੁਲਾਣੀਆ ਦੂਜੈ ਲਗਾ ਹਿਤ। ਗੁਰੂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਨੇ ਜੋ 12 ਮਹੀਨਿਆਂ ਦੇ ਪਰਥਾਏ ਹਰ ਮਹੀਨੇ ਦੇ ਲਈ ਕੋਈ ਨਾ ਕੋਈ ਉਪਦੇਸ਼ ਦੇਣਾ ਕੀਤਾ ਹੈ। ਭਾਦੋਂ ਦੇ ਮਹੀਨੇ ਦੇ ਲਈ ਉਪਦੇਸ਼ ਗੁਰੂ ਮਹਾਰਾਜ ਨੇ ਦੇਣਾ ਕੀਤਾ ਕਿ ਪਹਿਲੀ ਪੰਕਤੀ ਵਿੱਚ ਹੀ ਗੁਰੂ ਮਹਾਰਾਜ ਨੇ ਫਰਮਾਇਆ ਹੈ ਭਾਦੋਏ ਭਰਮ ਭੁਲਾਣੀਆਂ। ਭਾਦੋਏ ਦਾ ਭਾਵ ਹੁੰਦਾ ਹੈ ਭਾ ਤੇ ਦੋਏ। ਭਾ ਦਾ ਭਾਵ ਕਿ ਦੂਜੇ ਦ્વੈਤ ਭਾਵਨਾ ਦੇ ਵਿੱਚ ਜਿਹੜੀ ਜੀਵ ਇਸਤਰੀਆਂ ਲੱਗ ਜਾਂਦੀਆਂ ਨੇ। ਮਹਾਰਾਜ ਕਹਿਣ ਲੱਗੇ ਕਿ ਇਸ ਸੰਸਾਰ ਦੇ ਅੰਦਰ ਆ ਕਰਕੇ ਜੋ ਜੀਵ ਇਸਤਰੀਆਂ ਨੇ ਉਹ ਦ્વੈਸ਼ ਭਾਵਨਾ ਵਿੱਚ ਲੱਗ ਜਾਂਦੀਆਂ ਨੇ, ਕਿਉਂਕਿ ਅਸਲ ਜੋ ਉਹਨਾਂ ਦਾ ਮਕਸਦ ਹੈ ਉਸ ਅਕਾਲ ਪੁਰਖ ਪਰਮਾਤਮਾ ਪਤੀ ਪਰਮੇਸ਼ਵਰ ਦੇ ਨਾਲ ਜੁੜਨਾ ਹੈ। ਪਰ ਗੁਰੂ ਮਹਾਰਾਜ ਕਹਿਣ ਲੱਗੇ ਕਿ ਇਸ ਸੰਸਾਰ ਦੇ ਭਰਮ ਦੇ ਵਿੱਚ ਪੈ ਕਰਕੇ ਉਸ ਖਸਮ ਮਾਲਕ ਨੂੰ ਭੁੱਲ ਜਾਣਾ ਕਰਦੀਆਂ ਹਨ ਤੇ ਇਸ ਸੰਸਾਰ ਦੇ ਵਿੱਚ ਜਿਤਨੇ ਵੀ ਦ્વੈਸ਼ ਭਾਵਨਾ ਹਨ, ਭਾਵ ਜੋ ਹੋਰ ਭਰਮ ਫੈਲੇ ਹੋਏ ਹਨ, ਉਹਨਾਂ ਦੇ ਵਿੱਚ ਮਲੀਨ ਹੋ ਜਾਂਦੀਆਂ ਹਨ। ਗੁਰੂ ਮਹਾਰਾਜ ਕਹਿਣ ਲੱਗੇ ਦੂਜੇ ਭਾਅ ਦੇ ਵਿੱਚ ਲੱਗ ਕਰਕੇ ਦੂਜਾ ਲੱਗਾ ਹੇਤ, ਦੂਜਿਆਂ ਦੇ ਨਾਲ ਪ੍ਰੇਮ ਪੈ ਜਾਂਦਾ ਹੈ। ਭਾਵ ਜੋ ਸੰਸਾਰ ਦੇ ਅੰਦਰ ਹੋਰ ਪਾਖੰਡੀ ਫੈਲੇ ਹੋਏ ਨੇ, ਭਾਵ ਦੂਜੇ ਮੰਤ ਮਤਾਂਤਰ ਫੈਲੇ ਹੋਏ ਨੇ, ਉਹਨਾਂ ਦੇ ਭਾਵ ਦੇ ਵਿੱਚ ਲੱਗ ਕਰਕੇ ਉਹਨਾਂ ਦੇ ਨਾਲ ਪ੍ਰੇਮ ਪਾ ਕੇ ਜੀਵ ਇਸਤਰੀ ਹੈ ਜਿਹੜੀ ਆਪਣੇ ਖਸਮ ਪਤੀ ਨੂੰ ਭੁੱਲ ਜਾਂਦੀ ਹੈ ਤੇ ਉਸ ਨੂੰ ਵਿਸਾਰ ਕਰਕੇ ਫਿਰ ਸੰਸਾਰ ਦੇ ਭਰਮ ਭੁਲੇਖਿਆਂ ਵਿੱਚ ਪੈ ਕਰਕੇ ਦੁੱਖ ਪਾਉਂਦੀ ਹੈ। ਮਹਾਰਾਜ ਕਹਿਣ ਲੱਗੇ ਕਿ ਆਪਣੇ ਇਸ ਭਰਮ ਨੂੰ ਮਿਟਾਉਣਾ ਕਰੀਏ। ਭੱਬਾ ਭਰਮ ਮਿਟਾਵੋ ਆਪਣਾ, ਇਹ ਆ ਸੰਸਾਰ ਸਗਲ ਹੈ ਸੁਪਨਾ। ਮਹਾਰਾਜ ਕਹਿਣ ਲੱਗੇ ਇਸ ਭਰਮ ਨੂੰ ਦੂਰ ਕਰੀਏ ਕਿ ਅਸੀਂ ਇਸ ਸੰਸਾਰ ਉੱਪਰ ਹਮੇਸ਼ਾ ਰਹਿਣਾ। ਇਹ ਭਰਮ ਨੂੰ ਮਿਟਾਉਣਾ ਕਰੀਏ ਕਿ ਇਹ ਸੰਸਾਰ ਹੈ ਜਿਹੜਾ ਸਦਾ ਰਹਿਣ ਵਾਲਾ ਹੈ। ਇਹ ਸੰਸਾਰ ਇੱਕ ਸੁਪਨੇ ਦੀ ਨਿਆਈ ਹੈ ਤੇ ਇਹਨੇ ਇੱਕ ਨਾ ਇੱਕ ਦਿਨ ਨਾਸ਼ ਹੋ ਜਾਣਾ ਹੈ। ਇਸ ਭਰਮ ਨੂੰ ਆਪਣੇ ਹਿਰਦੇ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਜਿਹੋ ਜਿਹਾ ਅਸੀਂ ਮੰਨਦੇ ਹਾਂ ਉਸੇ ਤਰ੍ਹਾਂ ਦਾ ਦਰਅਸਲ ਹੈ ਹੀ ਨਹੀਂ। ਸਾਡਾ ਭਰਮ ਹੈ ਕਿ ਜੋ ਕੁਝ ਸਾਨੂੰ ਦਿਸਦਾ ਹੈ ਇਹ ਹਮੇਸ਼ਾ ਰਹੇਗਾ। ਸਾਡੀ ਦੇਹੀ ਸਾਨੂੰ ਦਿਸਦੀ ਹੈ, ਇਸ ਤਰ੍ਹਾਂ ਲੱਗਦਾ ਹੈ ਇਹ ਭਰਮ ਹੈ ਕਿ ਅਸੀਂ ਹਮੇਸ਼ਾ ਰਹਿਣਾ। ਪਰ ਗੁਰੂ ਮਹਾਰਾਜ ਕਹਿ ਰਹੇ ਨੇ ਕਿ ਇਹ ਭਰਮ ਨੂੰ ਤੁਸੀਂ ਮਿਟਾਉਣਾ ਕਰੋ। ਜੇਕਰ ਇਸੇ ਭਰਮ ਦੇ ਵਿੱਚ ਜਿਉਂਦੇ ਰਹੋਗੇ ਤਾਂ ਤੁਹਾਡਾ ਸਾਰਾ ਜੀਵਨ ਇਸੇ ਭਰਮ ਦ્વੈਸ਼ ਭਾਵਨਾ ਦੇ ਵਿੱਚ ਹੀ ਲੰਘ ਜਾਵੇਗਾ ਤੇ ਅੰਤ ਸਮੇਂ ਤੁਹਾਨੂੰ ਹੀ ਪਛਤਾਉਣਾ ਪਵੇਗਾ। ਰਾਜਾ ਜਨਕ ਹੋਇਆ, ਇੱਕ ਦਿਨ ਸੁੱਤਾ ਪਿਆ ਹੈ ਸਿੰਘਾਸਨਾਂ ਤੇ। ਸੁੱਤੇ ਪਿਆ ਨੂੰ ਕੀ ਹੋਇਆ, ਸੁਪਨਾ ਆਇਆ। ਸੁਪਨੇ ਦੇ ਵਿੱਚ ਦੇਖਦਾ ਹੈ ਕਿ ਮੈਨੂੰ ਕਿਸੇ ਗੁਆਂਢੀ ਰਾਜੇ ਨੇ ਆ ਕਰਕੇ ਹਮਲਾ ਕੀਤਾ ਮੇਰੇ ਤੇ ਸਾਰਾ ਰਾਜ ਭਾਗ ਹੈ ਜਿਹੜਾ ਮੇਰੇ ਤੋਂ ਖੋਹ ਲਿਆ ਹੈ। ਖੋਹ ਕਰਕੇ ਮੈਨੂੰ ਰਾਜ ਮਹਿਲਾਂ ਦੇ ਵਿੱਚੋਂ ਕੱਢ ਦਿੱਤਾ। ਮੈਂ ਦਰ ਦਰ ਤੇ ਭਟਕਦਾ ਫਿਰਦਾ ਹਾਂ। ਰਾਜਾ ਜਨਕ ਹੈ ਜਿਹੜਾ ਕੁਛ ਨਹੀਂ ਉਹਦੇ ਪੱਲੇ ਰਹਿ ਜਾਂਦਾ। ਉਹਨੂੰ ਰਾਜ ਮਹਿਲਾਂ ਦੇ ਵਿੱਚੋਂ ਉਹ ਜਿਹੜਾ ਗੁਆਂਢੀ ਰਾਜੇ ਨੇ ਹਮਲਾ ਕੀਤਾ ਉਹਨੂੰ ਕੱਢ ਦਿੱਤਾ ਜਾਂਦਾ ਹੈ। ਦਰ ਦਰ ਤੇ ਠੋਕਰਾਂ ਖਾਣ ਲਈ ਮਜਬੂਰ ਹੋ ਜਾਂਦਾ ਹੈ। ਹੁਣ ਖਾਣ ਲਈ ਵੀ ਕੁਛ ਨਹੀਂ ਹੈ। ਤਣ ਤੇ ਜੋ ਕੱਪੜੇ ਪਹਿਨੇ ਹੋਏ ਨੇ ਉਹ ਵੀ ਫਟ ਚੁੱਕੇ ਨੇ। ਮੰਗਦਾ ਫਿਰਦਾ ਹੈ ਦਰ ਦਰ ਤੇ, ਪਰ ਕੋਈ ਦਿੰਦਾ ਨਹੀਂ। ਮੰਗਿਆ ਵੀ ਕੀ ਹੋਇਆ ਕਿ ਭੁੱਖ ਲੱਗੀ ਹੈ। ਹੁਣ ਇੱਕ ਮੰਦਿਰ ਦੇ ਬਾਹਰ ਜਾ ਕੇ ਬਹਿ ਗਿਆ। ਬਾਹਰ ਜਾ ਕੇ ਬੈਠਾ ਹੈ ਤੇ ਹੁਣ ਜੋ ਬਾਹਰ ਵਰਤਾਵੇ ਆਏ ਹਨ, ਗਰੀਬ ਅਨਾਥਾਂ ਨੂੰ ਜੋ ਵਰਤਾਉਂਦੇ ਨੇ, ਭੋਜਨ ਛਕਾਉਣ ਵਾਸਤੇ ਆਉਂਦੇ ਨੇ। ਹੁਣ ਇਸ ਰਾਜੇ ਦੇ ਪਾਸ ਕੋਈ ਬਰਤਨ ਵੀ ਨਹੀਂ ਹੈ ਜਿਹਦੇ ਵਿੱਚ ਉਹ ਭੋਜਨ ਪਵਾ ਕੇ ਖਾ ਸਕੇ। ਹੁਣ ਉਸ ਬਰਤਨ ਨੂੰ ਖਰੀਦਣ ਦੇ ਲਈ
ਉਹ ਮੰਗਣ ਲੱਗਿਆ, ਪੈਸੇ ਮੰਗੇ ਨੇ, ਉਹਨੇ ਪੈਸੇ ਮੰਗ ਕੇ ਕੁਝ ਬਰਤਨ ਖਰੀਦਿਆ ਹੈ। ਹੁਣ ਬਰਤਨ ਖਰੀਦ ਕਰਕੇ ਜਦਨੀ ਦੇਰ ਨੂੰ ਉੱਥੇ ਗਿਆ, ਉਹਨੇ ਨੂੰ ਭੋਜਨ ਹੈ ਜਿਹੜੇ ਦੀ ਭੋਜਨ ਦੀ ਸਮਾਪਤੀ ਹੋ ਚੁੱਕੀ ਸੀ। ਰਾਜਾ ਹੈ ਜਨਕ ਸੀ ਜਿਹੜਾ ਬੜਾ ਅਨਾਥ ਸੀ, ਅਨਾਥ ਹੋ ਚੁੱਕਿਆ ਸੀ, ਕੁਝ ਵੀ ਉਹਦੇ ਪੱਲੇ ਨਹੀਂ ਸੀ। ਬੜਾ ਦੁੱਖ ਉਹਦੇ ਤੇ ਵਾਪਰਿਆ ਹੋਇਆ ਸੀ, ਰੋਣ ਲੱਗਿਆ ਹੈ ਕਿ ਹੁਣ ਮੇਰੇ ਪਾਸ ਤਾਂ ਕੁਝ ਵੀ ਨਹੀਂ ਹੈ, ਮਸਾਂ ਮਸਾਂ ਖਾਣ ਨੂੰ ਕੁਝ ਮਿਲਿਆ ਸੀ ਤੇ ਉਹ ਵੀ ਹੁਣ ਮੈਨੂੰ ਨਹੀਂ ਮਿਲੇਗਾ ਕਿਉਂਕਿ ਖਤਮ ਹੋ ਚੁੱਕਿਆ ਹੈ। ਇਸੇ ਤਰ੍ਹਾਂ ਬੜਾ ਮੁਸ਼ਕਲ ਸਮਾਂ ਹੈ ਜਿਹੜਾ ਰਾਜਾ ਜਨਕ ਤੇ ਬਣਿਆ ਹੋਇਆ ਹੈ। ਆਪਣੇ ਦੁੱਖਾਂ ਨੂੰ ਜਿਹੜਾ ਰੋਂਦਾ ਫਿਰਦਾ ਹੈ, ਰੋਂਦਿਆਂ ਹੋਇਆਂ ਧਾਹਾਂ ਮਾਰਦਾ ਹੈ, ਚੀਕਾਂ ਮਾਰਦਾ ਹੈ ਤੇ ਇਸੇ ਤਰ੍ਹਾਂ ਚੀਕਾਂ ਮਾਰਦੇ ਹੋਏ ਦੀ ਜਾਗ ਖੁੱਲ ਜਾਂਦੀ ਹੈ। ਹੁਣ ਰਾਜਾ ਜਨਕ ਜੋ ਸੁੱਤਾ ਪਿਆ ਸੁਪਨਾ ਦੇਖ ਰਿਹਾ ਸੀ, ਇੱਕਦਮ ਉੱਠਿਆ, ਉੱਠ ਕਰਕੇ ਦੇਖਦਾ ਹੈ ਕਿ ਮੇਰੇ ਕੋਲ ਸਭ ਰਾਜ ਭਾਗ ਉਸੇ ਤਰ੍ਹਾਂ ਹੀ ਹੈ, ਮੈਂ ਇੱਕ ਸੁਪਨਾ ਦੇਖ ਰਿਹਾ ਸੀ। ਹੁਣ ਉਹ ਸੋਚਣ ਲੱਗਿਆ ਕਿ ਜੋ ਕੁਛ ਮੈਂ ਅੱਜ ਹੰਢਾ ਰਿਹਾ ਹਾਂ, ਰਾਜ ਭਾਗ ਮੇਰੇ ਕੋਲੇ ਹੈ, ਇਹ ਸੱਚ ਹੈ ਜਾਂ ਜੋ ਮੈਂ ਸੁਪਨਾ ਦੇਖਿਆ ਉਹ ਸੱਚ ਹੈ। ਕਿਉਂਕਿ ਇੱਕ ਭਰਮ ਪੈ ਗਿਆ ਨਾ ਅੰਦਰ ਕਿ ਹੁਣ ਜੋ ਰਾਜ ਭਾਗ ਮੇਰੇ ਕੋਲੇ ਹੈ, ਜੋ ਮੈਂ ਅੱਜ ਹੰਢਾ ਰਿਹਾ ਹਾਂ, ਇਹ ਸੱਚ ਹੈ ਜਾਂ ਜੋ ਮੈਂ ਸੁਪਨਾ ਦੇਖਿਆ ਕਿ ਗੁਆਂਢੀ ਰਾਜੇ ਨੇ ਆ ਕਰਕੇ ਮੇਰੇ ਤੇ ਹਮਲਾ ਕੀਤਾ, ਸਭ ਕੁਝ ਮੇਰੇ ਤੋਂ ਖੋਹ ਲਿਆ, ਮੈਂ ਗਰੀਬਾਂ ਵਾਲੀ ਸਥਿਤੀ, ਮੰਗਤਿਆਂ ਵਾਲੀ ਸਥਿਤੀ ਵਿੱਚ ਪਹੁੰਚ ਗਿਆ, ਜਾਂ ਉਹ ਸੱਚ ਹੈ। ਆਪਣੇ ਦਰਬਾਰ ਦੇ ਵਿੱਚ ਆਇਆ, ਸਾਰੇ ਉਹਦੇ ਦਰਬਾਰੀ ਬੈਠੇ ਹੋਏ ਸਨ। ਵਿਦਵਾਨਾਂ ਨੂੰ, ਮੰਤਰੀਆਂ ਨੂੰ ਸਵਾਲ ਕੀਤਾ ਉਹਨੇ ਕਿ ਜੋ ਕੁਝ ਅੱਜ ਮੈਂ ਇੱਥੇ ਰਾਜ ਭਾਗ ਮਾਣ ਰਿਹਾ ਹਾਂ, ਇਹ ਸੱਚ ਹੈ ਜਾਂ ਉਹ ਸੱਚ ਹੈ। ਹੁਣ ਇਹ ਤਾਂ ਦੱਸਦਾ ਵੀ ਜਿਹੜਾ ਰਾਜ ਭਾਗ ਮੈਂ ਮਾਣਦਾ ਪਿਆ ਹਾਂ ਇਹ ਸੱਚ ਹੈ, ਤੇ ਦੂਜੀ ਗੱਲ ਉਹਨੇ ਹੈ ਜਿਹੜੀ ਉਹ ਨਾ ਦੱਸਣੀ ਕੀਤੀ ਕਿ ਦੂਜੀ ਗੱਲ ਕਿਹੜੀ, ਭਾਵ ਸੁਪਨੇ ਵਿੱਚ ਉਹਨੇ ਕੀ ਵੇਖਿਆ। ਬਸ ਇਤਨਾ ਬੋਲ ਦਿੱਤਾ, ਇਹ ਸੱਚ ਹੈ ਕਿ ਉਹ ਸੱਚ ਹੈ। ਹੁਣ ਅੱਧੀ ਅਧੂਰੀ ਗੱਲ ਦਾ ਜਵਾਬ ਵਿਦਵਾਨ ਵੀ ਕੀ ਦੇਣ। ਜਦੋਂ ਰਾਜੇ ਜਨਕ ਨੇ ਇਸ ਤਰ੍ਹਾਂ ਅੱਧੀ ਅਧੂਰੀ ਗੱਲ ਦਾ ਸਵਾਲ ਪਾਇਆ ਤੇ ਉੱਤਰ ਪੁੱਛਿਆ ਹੈ, ਹੁਣ ਕੋਈ ਵੀ ਪੂਰਨ ਤਰੀਕੇ ਨਾਲ ਉੱਤਰ ਕਿਵੇਂ ਦੇ ਸਕਦਾ ਹੈ ਜਿਤਨੀ ਦੇਰ ਪੂਰਾ ਸਵਾਲ ਹੀ ਨਾ ਹੋਵੇ। ਹੁਣ ਅੱਧਾ ਅਧੂਰਾ ਸਵਾਲ ਹੈ ਤੇ ਜਵਾਬ ਕੋਈ ਦੇ ਨਾ ਸਕਿਆ, ਤੇ ਉਸ ਰਾਜੇ ਜਨਕ ਨੇ ਫਿਰ ਸਾਰੇ ਮੰਤਰੀਆਂ, ਵਿਦਵਾਨਾਂ ਨੂੰ ਜਿਹੜਾ ਹੈ ਕੈਦ ਦੇ ਵਿੱਚ ਪਾ ਦਿੱਤਾ। ਉਸ ਕੈਦ ਦੇ ਵਿੱਚ ਅਸ਼ਟਾਵਕਰ ਨਾਮ ਦਾ ਜਿਹੜਾ ਰਿਸ਼ੀ ਹੋਇਆ, ਉਹਦਾ ਪਿਤਾ ਕੋਹਲ ਰਿਸ਼ੀ ਵੀ ਸੀ, ਉਹਨੂੰ ਵੀ ਕੈਦ ਦੇ ਵਿੱਚ ਪਾ ਦਿੱਤਾ ਗਿਆ। ਅਸ਼ਟਾਵਕਰ ਸੀ ਜਿਹੜਾ ਉਹ ਬੜਾ ਹੀ ਵਿਦਵਾਨ ਪੁਰਸ਼ ਸੀ ਤੇ ਭਗਤ ਸੀ, ਬੜਾ ਮੰਨਿਆ ਪਰਮੰਨਿਆ ਰਿਸ਼ੀ ਸੀ। ਹੁਣ ਜਦੋਂ ਉਹਨੂੰ ਪਤਾ ਲੱਗਿਆ ਕਿ ਮੇਰਾ ਪਿਤਾ ਕੋਹਲ ਰਿਸ਼ੀ ਹੈ ਜਿਹੜਾ, ਉਹ ਰਾਜੇ ਜਨਕ ਨੇ ਕੈਦ ਦੇ ਵਿੱਚ ਪਾ ਦਿੱਤਾ ਹੈ, ਇਸ ਕਰਕੇ ਕਿ ਉਹਦੇ ਸਵਾਲ ਦਾ ਉੱਤਰ ਨਹੀਂ ਦੇ ਸਕੇ। ਹੁਣ ਉਹ ਜਿਹੜਾ ਅਸ਼ਟਾਵਕਰ ਹੈ ਉਹਨੇ ਸੋਚਿਆ, ਹਲੇ ਬਾਲ ਅਵਸਥਾ ਹੈ ਉਸ ਅਸ਼ਟਾਵਕਰ ਦੀ, ਉਹਨੇ ਸੋਚਿਆ ਕਿ ਮੈਂ ਆਪਣੇ ਪਿਤਾ ਨੂੰ ਛੁਡਾਉਣ ਦੀ ਕੋਸ਼ਿਸ਼ ਤਾਂ ਕਰਾਂ। ਆਪਣੇ ਮਾਮਾ ਸਵੇਤ ਕੇਤੂ ਨੂੰ ਲੈ ਕਰਕੇ ਗਿਆ ਹੈ ਅਸ਼ਟਾਵਕਰ ਰਾਜੇ ਜਨਕ ਦੇ ਪਾਸ। ਰਾਜੇ ਜਨਕ ਦੇ ਕੋਲ ਗਏ ਨੇ ਤੇ ਜਦੋਂ ਗਏ ਹਨ, ਉਸ ਅਸ਼ਟਾਵਕਰ ਦਾ ਜਿਹੜਾ ਸਰੀਰ ਬਣਿਆ ਹੋਇਆ ਸੀ, ਭਾਵ ਉਹ ਵਿੰਗਾ ਟੇਢਾ ਸੀ। ਸਾਰੇ ਜੋ ਵੀ ਬੈਠੇ ਹੋਏ ਸਨ, ਸੈਨਿਕ ਸਨ ਜਾਂ ਬਚੇ ਖੁਚੇ ਜਿਹੜੇ ਮੰਤਰੀ ਸਨ, ਵਜ਼ੀਰ ਸਨ, ਵੇਖ ਕੇ ਹੱਸਣ ਲੱਗੇ ਹਨ। ਹੱਸਦਿਆਂ ਹੋਇਆਂ ਰਾਜਾ ਜਨਕ ਹੈ ਜਿਹੜਾ, ਉਹ ਵੀ ਥੋੜਾ ਮੁਸਕਰਾਇਆ ਹੈ। ਹੁਣ ਜਦੋਂ ਅੱਗੇ ਗਿਆ ਹੈ ਅਸ਼ਟਾਵਕਰ ਤੇ ਜਾ ਕਰਕੇ ਪੁੱਛਿਆ ਕਿ ਇਹ ਦਰਬਾਰ ਕਿੰਨਾ ਦਾ ਹੈ, ਤਾਂ ਰਾਜਾ ਜਨਕ ਕਹਿਣ ਲੱਗਿਆ ਕਿ ਮੈਂ ਰਾਜਾ ਬੈਠਾ ਹਾਂ, ਇਹ ਮੇਰੇ ਮੰਤਰੀ ਬੈਠੇ ਨੇ, ਸਿਪਾਹੀ ਖੜੇ ਹੋਏ ਨੇ, ਇਹ ਰਾਜ ਦਰਬਾਰ ਹੈ। ਅਸ਼ਟਾਵਕਰ ਕਹਿਣ ਲੱਗਿਆ ਨਹੀਂ, ਇਹ ਚਮਾਰਾਂ ਦਾ ਦਰਬਾਰ ਹੈ, ਕਿਉਂਕਿ ਇਹਦੇ ਵਿੱਚ ਮੇਰੇ ਸਰੀਰ ਨੂੰ ਦੇਖ ਕਰਕੇ, ਮੇਰੇ ਸਰੀਰ ਦੀ ਬਣਤਰ ਨੂੰ, ਵਿੰਗੀ ਟੇਢੀ ਬਣਤਰ ਨੂੰ ਦੇਖ ਕਰਕੇ ਇਹ ਹੱਸਦੇ ਹਨ। ਸੋ ਅੱਗੇ ਰਾਜੇ ਜਨਕ ਨੂੰ
ਪੁੱਛਿਆ ਗਿਆ ਕਿ ਤੁਸੀਂ ਸਾਡੇ ਪਿਤਾ ਕੋਹਲ ਰਿਸ਼ੀ ਨੂੰ ਕੈਦ ਦੇ ਵਿੱਚ ਕਿਉਂ ਪਾਇਆ ਹੈ? ਰਾਜਾ ਜਨਕ ਕਹਿਣ ਲੱਗਿਆ ਕਿ ਮੈਂ ਸਵਾਲ ਕੀਤਾ ਸੀ, ਉਹਦਾ ਕੋਈ ਉੱਤਰ ਨਾ ਦੇ ਸਕਿਆ, ਇਸ ਕਰਕੇ ਮੈਂ ਉਹਨਾਂ ਨੂੰ ਕੈਦ ਦੇ ਵਿੱਚ ਪਾ ਦਿੱਤਾ। ਤੇ ਜੇਕਰ ਤੁਸੀਂ ਮੇਰੇ ਇਸ ਪ੍ਰਸ਼ਨ ਦਾ ਉੱਤਰ ਦੇਣ ਦੇ ਯੋਗ ਹੋ ਤਾਂ ਮੈਂ ਤੁਹਾਡੇ ਪਿਤਾ ਨੂੰ ਆਜ਼ਾਦ ਕਰ ਦੇਵਾਂਗਾ। ਪਰ ਇੱਕ ਗੱਲ ਹੈ ਕਿ ਇਸ ਗੱਲ ਦੀ ਪੂਰੀ ਨਿਸ਼ਾ ਹੋਣੀ ਚਾਹੀਦੀ, ਸੰਤੁਸ਼ਟੀ ਹੋਵੇ ਮੈਨੂੰ, ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹੋ ਜਾਵਾਂ ਤੁਹਾਡਾ ਉੱਤਰ ਸੁਣ ਕੇ, ਅਜਿਹਾ ਉੱਤਰ ਦੇਣਾ ਮੈਨੂੰ। ਹੁਣ ਉਸ ਰਾਜੇ ਜਨਕ ਨੇ ਕਿਹਾ, ਫਿਰ ਉਹੀ ਬੋਲ ਕਿ ਇਹ ਸੱਚ ਹੈ ਜਾਂ ਉਹ ਸੱਚ ਹੈ। ਹੁਣ ਉਹ ਅਸ਼ਟਾਵਕਰ ਸੀ, ਜਿਹੜਾ ਪੁੱਜਿਆ ਹੋਇਆ ਰਿਸ਼ੀ ਸੀ, ਭਗਤ ਸੀ, ਉਹ ਗੱਲ ਨੂੰ ਜਾਣਦਾ ਸੀ ਕਿ ਰਾਜਾ ਕਿਹੜੀ ਗੱਲ ਕਰਦਾ ਹੈ। ਰਾਜੇ ਜਨਕ ਨੂੰ ਸਮਝਾਉਂਦਿਆਂ ਹੋਇਆਂ ਅਸ਼ਟਾਵਕਰ ਨੇ ਕਿਹਾ ਕਿ ਨਾ ਤਾਂ ਉਹ ਸੱਚ ਹੈ ਤੇ ਨਾ ਹੀ ਜੋ ਅੱਜ ਤੂੰ ਵੇਖਦਾ ਹੈ ਇਹ ਸੱਚ ਹੈ, ਕਿਉਂਕਿ ਜੋ ਕੁਝ ਵੀ ਤੂੰ ਅੱਜ ਰਾਜ ਭਾਗ ਮਾਣਦਾ ਪਿਆ ਹੈ ਇਹ ਵੀ ਮਿਥਿਆ ਹੈ, ਭਾਵ ਨਾਸ਼ ਹੋਣ ਵਾਲਾ ਹੈ, ਇਹਨੇ ਨਾਸ਼ ਹੋ ਜਾਣਾ ਹੈ। ਤੇ ਜੋ ਤੂੰ ਸੁਪਨਾ ਦੇਖਿਆ ਰਾਤ ਸੁੱਤਿਆਂ ਪਿਆ, ਉਹ ਜਿਹੜਾ ਤੂੰ ਸੁਪਨਾ ਦੇਖਿਆ ਉਹ ਵੀ ਇੱਕ ਮਿਥਿਆ ਹੀ ਸੀ, ਜਿਹੜਾ ਤੇਰੀ ਅੱਖ ਖੁੱਲਣ ਤੋਂ ਬਾਅਦ ਨਾਸ਼ ਹੋ ਗਿਆ। ਤੇ ਉਸੇ ਪ੍ਰਕਾਰ ਹੀ ਇਹ ਤੇਰਾ ਰਾਜ ਭਾਗ ਵੀ ਨਾਸ਼ ਹੋ ਜਾਵੇਗਾ, ਭਾਵ ਜੋ ਤੂੰ ਵੇਖਿਆ ਉਹ ਵੀ ਝੂਠ ਸੀ ਤੇ ਜੋ ਤੂੰ ਅੱਜ ਖੁੱਲੀ ਅੱਖ ਦੇ ਨਾਲ ਵੇਖ ਰਿਹਾ ਹੈ ਇਹ ਵੀ ਝੂਠ ਹੈ। ਹੁਣ ਰਾਜਾ ਜਨਕ ਬੜਾ ਹੈਰਾਨ ਹੋਇਆ ਕਿ ਇਹਨੇ ਦੋਨੇ ਗੱਲਾਂ ਹੀ ਝੂਠੀਆਂ ਕਹਿ ਦਿੱਤੀਆਂ ਨੇ। ਫਿਰ ਰਾਜਾ ਜਨਕ ਨੇ ਉੱਥੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ, ਪਰ ਅਸ਼ਟਾਵਕਰ ਨੇ ਉਹਦੀ ਗੱਲ ਨੂੰ ਕੱਟਦਿਆਂ ਹੋਇਆਂ ਜੋ ਸਹੀ ਗੱਲ ਸੀ, ਅਸਲ ਗੱਲ ਸੀ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇੱਕ ਉਦਾਹਰਨ ਦੇ ਰਾਹੀਂ ਰਾਜੇ ਜਨਕ ਨੂੰ ਸਮਝਾਇਆ ਅਸ਼ਟਾਵਕਰ ਨੇ ਕਿ ਇੱਕ ਮਨੁੱਖ ਦੇ ਕੋਲੇ ਅੱਧ ਸੇਰ ਸੱਤੂ ਹਨ ਤੇ ਦੂਜੇ ਮਨੁੱਖ ਦੇ ਪਾਸ 40 ਸੇਰ ਸੱਤੂ ਨੇ। ਹੁਣ ਦੋਨਾਂ ਦੇ ਪਾਸ ਆਪੋ ਆਪਣੇ ਸੱਤੂ ਨੇ, ਇੱਕ ਦੇ ਪਾਸ ਅੱਧੇ ਸੇਰ ਨੇ ਤੇ ਇੱਕ ਦੇ ਪਾਸ ਨੇ 40 ਸੇਰ। ਰਾਜੇ ਜਨਕ ਨੂੰ ਕਿਹਾ ਕਿ ਦੋਨਾਂ ਦੇ ਪਾਸ ਸੱਤੂ ਨੇ ਤੇ ਇਹ ਦੱਸਣਾ ਕਰੋ ਕਿ ਸਭ ਤੋਂ ਪਹਿਲਾਂ ਸੱਤੂ ਕਿਹਦੇ ਕੋਲੋਂ ਖਤਮ ਹੋਣਗੇ, ਕੌਣ ਖਤਮ ਕਰੇਗਾ ਸੱਤੂ ਆਪਣੇ ਕੋਲੋਂ। ਤਾਂ ਰਾਜਾ ਜਨਕ ਕਹਿਣ ਲੱਗਿਆ ਕਿ ਰਿਸ਼ੀ, ਇਹ ਤਾਂ ਸਿੱਧਾ ਹੀ ਉੱਤਰ ਹੈ ਇਹਦਾ ਕਿ ਜਿਹਦੇ ਕੋਲੇ ਅੱਧਾ ਸੇਰ ਨੇ ਉਹੀ ਸਭ ਤੋਂ ਪਹਿਲਾਂ ਖਤਮ ਹੋ ਜਾਣਗੇ, ਜਿਹਦੇ ਕੋਲੇ 40 ਸੇਰ ਨੇ ਉਹ 40 ਦਿਨ ਕੱਢ ਲਵੇਗਾ, ਜੇਕਰ ਸੰਕੋਚ ਨਾਲ ਵਰਤੇਗਾ ਤੇ ਵਧੇਰੇ ਦਿਨ ਨਿਕਲ ਜਾਣਗੇ। ਅਸ਼ਟਾਵਕਰ ਨੇ ਕਿਹਾ ਕਿ ਨਹੀਂ ਰਾਜਾ ਜਨਕ, ਉਹਦੇ ਜਿਹੜਾ ਪਹਿਲਾ ਮਨੁੱਖ ਉਹਦੇ ਕੋਲੇ ਅੱਧਾ ਸੇਰ ਸੱਤੂ ਨੇ ਤੇ ਦੂਜੇ ਕੋਲੇ ਚਾਹੇ 40 ਸੇਰ ਨੇ, ਖਤਮ ਦੋਨਾਂ ਕੋਲੋਂ ਹੀ ਹੋ ਜਾਣੇ ਨੇ। ਨਾ ਅੱਧਾ ਸੇਰ ਰਹਿਣਾ ਹੈ ਤੇ ਨਾ 40 ਸੇਰ ਰਹਿਣਾ ਹੈ। ਇੱਥੇ ਦਿਨਾਂ ਨੂੰ ਨਾ ਦੇਖੋ, ਇਹ ਦੇਖੋ ਕਿ ਜੋ ਸੱਤੂ ਨੇ ਉਹ ਆਖਿਰਕਾਰ ਖਤਮ ਹੋ ਜਾਣੇ ਨੇ। ਰਾਜੇ ਜਨਕ ਨੂੰ ਸਮਝਾਉਂਦਿਆਂ ਹੋਇਆਂ ਅਸ਼ਟਾਵਕਰ ਨੇ ਕਿਹਾ ਕਿ ਜੋ ਕੁਝ ਵੀ ਤੁਸੀਂ ਦੇਖ ਰਹੇ ਹੋ, ਚਾਹੇ ਇਹ ਤੁਹਾਡਾ ਰਾਜ ਭਾਗ ਹੈ, ਧਨ ਦੌਲਤ ਹੈ, ਜ਼ਮੀਨ ਜਾਇਦਾਦ ਹੈ, ਆਖਿਰਕਾਰ ਕਿਤਨਾ ਸਮਾਂ ਤੁਹਾਡੇ ਕੋਲੇ ਰਹੇਗੀ। ਜਿਤਨੀ ਦੇਰ ਤੁਹਾਡੀ ਇਹ ਉਮਰ ਹੈ, ਜਿਤਨੇ ਤੁਹਾਡੇ ਕੋਲੇ ਸਾਹ ਨੇ, ਉਨੀ ਦੇਰ ਤੁਸੀਂ ਇਸ ਸੰਸਾਰ ਦੇ ਅੰਦਰ ਜਿਉ ਰਹੇ ਹੋ, ਉਨਾ ਸਮਾਂ ਹੀ ਇਹ ਰਾਜ ਭਾਗ, ਜ਼ਮੀਨ ਜਾਇਦਾਦ, ਧਨ ਦੌਲਤ ਤੁਹਾਡੀ ਹੈ। ਤੇ ਆਖਿਰਕਾਰ ਸਮਾਂ ਪਾ ਕਰਕੇ ਇਹਨੇ ਤੁਹਾਡੇ ਹੱਥੋਂ ਰੇਤ ਦੀ ਨਿਆਈ ਖਿਸਕਦੇ ਜਾਣਾ ਹੈ। ਤੇ ਫਿਰ ਆਖਿਰਕਾਰ ਸਮਾਂ ਆਵੇਗਾ ਕਿ ਤੁਹਾਡੇ ਹੱਥ ਦੇ ਵਿੱਚੋਂ ਰੇਤ ਦੀ ਤਰ੍ਹਾਂ ਸਾਰਾ ਰਾਜ ਭਾਗ ਹੈ ਜਿਹੜਾ ਨਿਕਲ ਜਾਵੇਗਾ, ਤੁਹਾਡੇ ਹੱਥ ਨੇ ਜਿਹੜੇ ਉਹ ਖਾਲੀ ਹੋ ਜਾਣਗੇ। ਫਿਰ ਉੱਥੇ ਅਸ਼ਟਾਵਕਰ ਨੇ ਜਿਹੜਾ ਹੈ ਆਪਣੀ ਦਕਸ਼ਨਾ ਮੰਗੀ ਕਿ ਤੁਸੀਂ ਰਾਜੇ ਹੋ, ਹੁਣ ਜੇਕਰ ਤੁਹਾਨੂੰ ਮੇਰੇ ਇਸ ਉੱਤਰ ਤੋਂ ਪੂਰੀ ਤਰ੍ਹਾਂ ਸੰਤੁਸ਼ਟੀ ਹੋ ਗਈ ਹੈ, ਤੁਹਾਡਾ ਭਰਮ ਹੈ ਜਿਹੜਾ ਮਿਟ ਗਿਆ ਹੈ, ਤੇ ਮੇਰੀ ਦਕਸ਼ਨਾ ਦੇਣੀ ਕਰੋ। ਹੁਣ ਅਸ਼ਟਾਵਕਰ ਨੇ ਕਿਹਾ ਕਿ ਤਨ ਮਨ ਧਨ ਤਿੰਨਾਂ ਦੇ ਵਿੱਚੋਂ ਕੁਝ ਵੀ ਹੈ ਜਿਹੜਾ ਮੈਨੂੰ ਸੌਂਪ ਦੇਣਾ ਕਰੋ। ਹੁਣ ਰਾਜਾ ਜਨਕ ਸੋਚੇ
ਕਿ ਮੈਂ ਕੀ ਇਸ ਨੂੰ ਸੌਂਪਣਾ ਕਰਾਂ, ਕਿਉਂਕਿ ਤਨ ਵੀ ਮੈਨੂੰ ਜ਼ਰੂਰੀ ਹੈ, ਧਨ ਵੀ ਮੈਨੂੰ ਜ਼ਰੂਰੀ ਹੈ ਤੇ ਮਨ ਵੀ ਮੇਰੇ ਵਸ ਵਿੱਚ ਹੋਣਾ ਜ਼ਰੂਰੀ ਹੈ। ਹੁਣ ਜਦੋਂ ਆਪਣੀਆਂ ਰਾਣੀਆਂ ਪਾਸ ਗਿਆ, ਰਾਣੀਆਂ ਨੂੰ ਕਹਿਣ ਲੱਗਿਆ ਕਿ ਮੈਂ ਆਪਣਾ ਸਰੀਰ ਹੈ ਜਿਹੜਾ ਉਹਨੂੰ ਸੌਂਪ ਦਿੰਦਾ ਹਾਂ। ਰਾਣੀਆਂ ਕਹਿਣ ਲੱਗੀਆਂ ਕਿ ਜੇਕਰ ਤੁਸੀਂ ਵੀ ਆਪਣੇ ਆਪ ਨੂੰ ਸੌਂਪ ਦੇਵੋਗੇ ਤੇ ਅਸੀਂ ਕੀ ਰਹਿਣਾ ਹੈ ਇੱਥੇ, ਫਿਰ ਰਾਜ ਭਾਗ ਕੌਣ ਸੰਭੇਗਾ, ਪਰਜਾ ਨੂੰ ਕੌਣ ਸੰਭੇਗਾ। ਇਸ ਕਰਕੇ ਤੁਸੀਂ ਆਪਣਾ ਧਨ ਨਾ ਸੌਂਪਣਾ ਕਰੋ। ਜਦੋਂ ਧਨ ਤੇ ਗੱਲ ਆਈ, ਧਨ ਬਾਰੇ ਸੋਚਣ ਲੱਗਿਆ ਕਿ ਜੇਕਰ ਧਨ ਸੌਂਪ ਦਿੱਤਾ ਤੇ ਅਸ਼ਟਾਵਕਰ ਸਾਰਾ ਧਨ ਲੈ ਜਾਵੇਗਾ ਤੇ ਫਿਰ ਰਾਜ ਭਾਗ ਕਿਵੇਂ ਚੱਲੇਗਾ, ਪਰਜਾ ਦੀਆਂ ਲੋੜਾਂ ਕਿਵੇਂ ਪੂਰੀਆਂ ਕਰਾਂਗੇ, ਧਨ ਨਹੀਂ ਦੇ ਸਕਦਾ। ਜਦੋਂ ਫਿਰ ਮਨ ਤੇ ਗੱਲ ਆਈ ਹੈ, ਰਾਜਾ ਜਨਕ ਨੇ ਪੂਰੀ ਤਰ੍ਹਾਂ ਸੋਚ ਵਿਚਾਰ ਕੇ ਫਿਰ ਇਹ ਵਿਚਾਰ ਬਣਾਈ ਕਿ ਜਿਹੜਾ ਮੇਰਾ ਮਨ ਹੈ ਇਹੀ ਮੈਂ ਅਸ਼ਟਾਵਕਰ ਨੂੰ ਸੌਂਪ ਦਿੰਦਾ। ਫਿਰ ਉਹ ਰਾਜਾ ਜਨਕ ਹੈ ਜਿਹੜਾ ਪੂਰੀ ਤਰ੍ਹਾਂ ਆਪਣਾ ਭਰਮ ਮਿਟਾ ਕਰਕੇ ਉਸ ਰਿਸ਼ੀ ਅਸ਼ਟਾਵਕਰ ਨੂੰ ਹੀ ਆਪਣਾ ਮਨ ਸੌਂਪ ਦਿੰਦਾ ਹੈ। ਭਾਵ ਕਿ ਮਨ ਹੈ ਜਿਹੜਾ ਰਾਜਾ ਜਨਕ ਦਾ ਉਹਨੂੰ ਸੌਂਪ ਦਿੰਦਾ ਹੈ ਤੇ ਫਿਰ ਰਾਜਾ ਜਨਕ ਅਸ਼ਟਾਵਕਰ ਦੇ ਨਾਲ ਜੁੜ ਕਰਕੇ ਫਿਰ ਉਹ ਭਗਤ ਬਣ ਜਾਂਦਾ ਹੈ। ਭਾਵ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਨ ਲੱਗਦਾ ਹੈ। ਉਹਦੀ ਬੰਦਗੀ ਹੈ ਜਿਹੜੀ ਉਹ ਇਕਾਗਰ ਚਿਤ ਹੋ ਕਰਕੇ ਅਸ਼ਟਾਵਕਰ ਦੇ ਨਾਲ ਮਿਲ ਕਰਕੇ ਰਾਜਾ ਜਨਕ ਰਾਜਾ ਭਗਤ ਬਣ ਜਾਂਦਾ ਹੈ। ਫਿਰ ਉਹ ਰਾਜਾ ਸੀ ਜਿਹੜਾ ਰਾਜ ਭਾਗ ਸੰਭਾਲਦਾ ਸੀ, ਉਹ ਜਨਕ ਹੈ ਜਿਹੜਾ ਫਿਰ ਰਾਜੇ ਤੋਂ ਭਗਤ ਬਣ ਜਾਂਦਾ ਹੈ। ਉਹ ਸਿਰਫ ਅਸ਼ਟਾਵਕਰ ਦੇ ਨਾਲ ਮਿਲਣ ਕਰਕੇ ਫਿਰ ਜਦੋਂ ਸਭ ਕੁਝ ਹੈ ਜਿਹੜਾ ਰਾਜ ਭਾਗ ਤਿਆਗ ਕਰਕੇ ਸਭ ਕੁਝ ਅਸ਼ਟਾਵਕਰ ਨੂੰ ਹੀ ਸੌਂਪ ਦਿੰਦਾ ਹੈ। ਤਨ ਵੀ ਤੇ ਮਨ ਵੀ ਤੇ ਧਨ ਵੀ ਸਭ ਕੁਝ ਹੈ ਜਿਹੜਾ ਅਸ਼ਟਾਵਕਰ ਨੂੰ ਸਮਰਪਿਤ ਕਰ ਦਿੰਦਾ ਹੈ। ਕਹਿੰਦਾ ਹੈ ਕਿ ਤੁਸੀਂ ਮੇਰੀ ਸੰਤੁਸ਼ਟੀ ਕੀਤੀ, ਮੇਰਾ ਭਰਮ ਮਿਟਾ ਦਿੱਤਾ ਹੈ। ਮੈਨੂੰ ਅੱਜ ਇਹ ਸਮਝ ਆ ਗਈ ਕਿ ਜਿਤਨਾ ਕੁਝ ਵੀ ਇਹ ਵੇਖਣਾ ਕਰਦੇ ਹਾਂ ਸਭ ਕੁਝ ਨਾਸ਼ਵੰਤ ਹੈ। ਪਰ ਸਾਧ ਸੰਗਤ ਜੀ, ਅਸੀਂ ਇਸੇ ਭਰਮ ਦੇ ਵਿੱਚ ਅੱਜ ਵੀ ਜਿਉਂਦੇ ਹਾਂ ਕਿ ਸਭ ਕੁਝ ਇੱਥੇ ਹੀ ਰਹਿਣ ਵਾਲਾ ਹੈ। ਪਰ ਗੁਰੂ ਮਹਾਰਾਜ ਕਹਿ ਰਹੇ ਨੇ ਕਿ ਇਹ ਸਭ ਕੁਝ ਨਾਸ਼ਵੰਤ ਹੈ। ਇਸ ਸੰਸਾਰ ਨੂੰ ਇੱਕ ਸੁਪਨੇ ਦੀ ਨਿਆਈ ਜਾਣਨਾ ਕਰੋ। ਜਿਸ ਪ੍ਰਕਾਰ ਰਾਤ ਨੂੰ ਸੁੱਤਿਆਂ ਹੋਇਆਂ ਸੁਪਨਾ ਦੇਖਿਆ, ਅੱਖ ਖੁੱਲੀ ਤੋਂ ਬਾਅਦ ਉਹ ਸੁਪਨਾ ਨਾਸ਼ ਹੋ ਗਿਆ, ਉਸੇ ਪ੍ਰਕਾਰ ਅੱਖ ਦੀ ਪਲ ਝਪਕਣ ਦੇ ਨਾਲ ਹੀ ਇਤਨੇ ਸਮੇਂ ਦੇ ਵਿੱਚ ਵੀ ਅਕਾਲ ਪੁਰਖ ਪਰਮਾਤਮਾ ਚਾਹੇ ਤੇ ਸਭ ਕੁਝ ਨਾਸ਼ ਕਰ ਸਕਦਾ ਹੈ। ਅਸੀਂ ਦੁਆਸ਼ ਭਾਵਨਾ ਦੇ ਵਿੱਚ ਲੱਗ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਵਿਸਾਰ ਦੇਣਾ ਕਰਦੇ ਹਾਂ। ਸੰਸਾਰ ਦੇ ਅੰਦਰ ਮਤ ਮਤਾਂਤਰਾਂ ਦੇ ਵਿੱਚ ਵਹਿਮ ਭਰਮਾਂ ਦੇ ਵਿੱਚ ਪੈ ਕਰਕੇ ਉਸ ਨਾਮ ਤੋਂ ਵਿਛੜ ਜਾਂਦੇ ਹਾਂ ਜੋ ਨਾਮ ਸਾਨੂੰ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜਨ ਵਾਲਾ ਹੈ। ਮਹਾਰਾਜ ਕਹਿਣ ਲੱਗੇ ਕਿ ਇਸ ਸੰਸਾਰ ਦੇ ਅੰਦਰ ਜਿਤਨੇ ਮਤ ਮਤਾਂਤਰ ਨੇ ਆਪੋ ਆਪਣੇ ਭਰਮਾਂ ਦੇ ਵਿੱਚ ਖੁਬੇ ਹੋਏ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਬਾਣੀ ਦੇ ਵਿੱਚ ਇਹ ਫਰਮਾਨ ਕਰਦੇ ਨੇ ਕਿ ਜੀਵਾਂ ਦੇ ਅੰਦਰ ਨੇ ਜਿਹੜੇ ਆਪੋ ਆਪਣੇ ਧਰਮਾਂ ਦੇ ਪਰਥਾਏ ਵਹਿਮ ਬਣੇ ਹੋਏ ਨੇ, ਭਰਮ ਬਣੇ ਹੋਏ ਹਨ। ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਅਵਾਚੀ ਦਿਸ਼ਾ ਮੈਂ, ਕਾਹੂ ਪਛਾਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਣ ਧਾਇਓ। ਮਹਾਰਾਜ ਕਹਿਣ ਲੱਗੇ ਕੋਈ ਬੁੱਤਾਂ ਨੂੰ ਪੂਜ ਰਿਹਾ ਹੈ, ਕੋਈ ਬੜੀਆਂ ਨੂੰ ਪੂਜ ਰਿਹਾ ਹੈ। ਸਾਰਾ ਸੰਸਾਰ ਹੈ ਜਿਹੜਾ ਆਪੋ ਆਪਣੇ ਭਰਮਾਂ ਦੇ ਵਿੱਚ ਖੁੱਬਿਆ ਹੋਇਆ ਹੈ। ਗੁਰੂ ਮਹਾਰਾਜ ਭਾਦੋ ਮਹੀਨੇ ਦਾ ਉਪਦੇਸ਼ ਦਿੰਦਿਆਂ ਹੋਇਆਂ ਕਹਿ ਰਹੇ ਨੇ, ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ ਕੇ ਜੀਵ ਇਸਤਰੀਆਂ ਨੇ ਜਿਹੜੀਆਂ ਉਹ ਦੁਆਸ਼ ਭਾਵਨਾ ਦੇ ਵਿੱਚ ਲੱਗ ਕਰਕੇ ਆਪਣੇ ਖਸਮ ਮਾਲਕ ਨੂੰ ਵਿਸਾਰ ਦਿੱਤੀਆਂ ਹਨ ਤੇ ਦੂਜੇ ਮਤ ਮਤਾਂਤਰਾਂ ਦੇ ਵਿੱਚ ਪੈ ਕਰਕੇ ਪਖੰਡਾਂ ਦੇ ਵਿੱਚ ਪੈ ਕਰਕੇ ਉਹਨਾਂ ਦੇ ਨਾਲ ਪ੍ਰੇਮ ਪਾਉਂਦੀਆਂ ਹਨ। ਲਖ ਸਿਗਾਰ ਬਣਾਇਆ ਅਰਜ ਨਹੀਂ ਕੀਤ। ਮਹਾਰਾਜ ਕਹਿਣ ਲੱਗੇ ਕਿ ਜੀਵ ਇਸਤਰੀਆਂ ਨੇ ਜਿਹੜੀਆਂ ਵੱਖਰੇ ਵੱਖਰੇ ਤਰ੍ਹਾਂ ਦੇ ਸ਼ਿੰਗਾਰ ਕਰਦੀਆਂ ਨੇ, ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਇਣ ਸੰਧੂਰ, ਕਿ ਮਾਂਗ ਦੇ ਵਿੱਚ ਸੰਧੂਰ ਭਰਨਾ ਕਰਦੀਆਂ ਨੇ, ਹੋਰ ਸੁਹਾਗ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਆਪਣੇ ਤਣ ਤੇ ਸਜਾਉਣਾ ਕਰਦੀਆਂ ਨੇ।
पर महाराज कह लगे लख सिंगार बनाया कारज नाही केत के ये श्रृंगार बनाए हुए की करनगे जेकर खसम मालक अकाल पुरख परमात्मा नु जेकर तू भाई ही ना जेकर ये तेरा श्रृंगार चंगा ही ना लग्या अकाल पुरख परमात्मा नु तां तेरा कीता होया श्रृंगार कादा है ये श्रृंगार किस लिए कीता जेकर वो खसम मालक ही तेरे ते ना दरुट सकिया। महाराज कह लगे कि इस संसार दे विच आकर के जीव रूप ने अपने इस तन ते लखां श्रृंगार कीते हुए ने अपने इस देही नु सजाया होया है वखरे वखरे एदे ते श्रृंगार ला करके अपने खसम मालक नु भरमाउण दा यतन कीता है। पर महाराज कह लगे कि ये श्रृंगार विरथा है एक खुआरी है क्योंकि इस श्रृंगार दे नाल वो अकाल पुरख परमात्मा पति परमेश्वर है जेड़ा पतीजन वाला नहीं है। सखी काजल हार तंबोल रस सभै किछ साजिया सोलह किए सिंगार जे अंजन पाजिया जे घर आवे कंत ता सब किछ पाइए हर हां कंतै बाज सिगार सब बिरथा जाइए। जे पति परमेश्वर ही इस हृदय घर दे विच नहीं आया ते ये तेरा 16 श्रृंगार कीता होया की करेगा। जेकर अकाल पुरख परमात्मा तेरे ते खुश ही ना होया तेरे ते बख्शिश दी मेहर दी नजर ही ना कीती ते तेरा ये श्रृंगार की होवेगा। हर हा कंतै बाज सिगार तां सब किछ पाइए ये तेरा श्रृंगार है जेड़ा उस कंत दे बाजों उस पति परमेश्वर दे बाजों बिरथा है। महाराज कह लगे जे तू असल श्रृंगार करना है जिस श्रृंगार दे नाल ओ पति परमेश्वर है जेड़ा तेरे ते बख्शिश दी मेहर दी नजर कर देवे ते ओ जेकर तू श्रृंगार करना है ते नाम दा श्रृंगार कर। श्रेष्ठ गुणां नु अपने हृदय दे अंदर धारण करना कर अपने हृदय दे अंदर दया सबर संतोख नु पालना कर। जदों ये श्रृंगार तू अपने तन ते धारण करेगी ते ए जदों श्रृंगार तेरा हार श्रृंगार बन के उस पति परमेश्वर दे सामने होणगे ये गुण तेरे अंदर होणगे नाम तेरे अंदर होवेगा सेवा सिमरन तेरे अंदर वर्त रहा होवेगा। फिर महाराज कहने लगे कि ओ अकाल पुरख परमात्मा पति फिर ओ इस श्रृंगार को देखेगा तां जाकर के ओ खुश होवेगा। नहीं ते चाहे तू इस शरीर ते लखां श्रृंगार करी जा इस श्रृंगार ने तेरे विरथे हन भाव इन्हां दे नाल ओ पति परमेश्वर खुश नहीं होण लग्या। जित दिन देह बिन ससी तित विलै कहसन प्रीत। इस देही नूं सारी उम्र है जिहड़ा मनुख सवारदा रहिंदा है। जित दिन देह बिन ससी तित वेलै कहसन प्रेत। गुरु महाराज कहने लगे कि फिर इस जीव दा अंत समा जदों आउंदा है उस दिन एदी देही दे अंदरों एदे अंदर वर्त रहे श्वास ने जिहड़े ओ निकल जांदे ने ते ए मर जांदा है। सारा समाज इथों तक के डॉक्टर भी कह दिंदे ने कि ए मर गया है इनू घर ले जावो। महाराज कहने लगे जित दिन देह बिन ससी तित वेले कहसन प्रेत। फिर उस समय घर दे सके संबंधी छेती दे नाल इनू मड़ियां दे विच ले जांदे ने भाव के फिर इन्हां नू ए हुंदा है कि ए लाश है जिहड़ी भाव ये शरीर है डरावना रूप ना धारण कर लवे। उस मरे हुए प्राणी नू देख करके डर आउंदा है। महाराज कहने लगे फिर इस संसार दे अंदर जिहड़े जीव फिरदे दिसदे हन जदों ओ मर जांदे हन उस तो बाद सके संबंधी परिवार वाले ने जिहड़े फिर उस देही नू देख देख के डरदे हन। फिर उस देही नू देख करके दूर भजदे ने कहंदे ने कि छेती ले जावो इहदी अंतिम विधियां कर देणियां करिए छेती दे नाल देरी ना करिए मड़ियां दे विच ले जा करके इहदा अंतिम संस्कार है जिहड़ा अंतिम विधियां ने ओ छेती दे नाल कर दईए मता किते कोई सानू आकर के चिंबड़ ना जावे। महाराज कह लगे फिर जिहदे नाल सारी उम्र स्नेह बना करके रखदे ने जिहदे नाल सारी उम्र प्रेम बनाउंदे ने रिश्ते बना करके रखदे ने ते जदों ओ दे
उस सवासां तो हीणी हो जाती है, फिर सारे उहदे तो दूर भजदे ने। तित वेले कहसन प्रेत, भूत भूत करके है जिहड़ा उस देही तो दूर हुंदे ने। महाराज कहने लगे कि पत्नी है जिहड़ी हर समय अपने पति का साथ दिंदी है, हर सुख अते दुख दे विच अपने पति दे साथ रहना करदी है, मोढे नाल मोढा ला करके उनका साथ दिंदी है। महाराज कहने लगे कि जदों फिर पति है जिहड़ा चढ़ाई कर जावे, फिर पत्नी है जिहड़ी जिथे सारी उम्र प्रेम नाल उहदे नाल रहना करदी है, फिर जदों पति मर जाता है ते वो भी भूत भूत कर भागी, भूत भूत कह के है जिहड़ा प्रेत प्रेत कह के फिर वो भी दूर भजदी है ते रिश्तेदारां नाल मिल करके चाहुंदी है कि छेती ए पति दी देही है जिहड़ी वो मड़ियां दे विच साड़ आनी करीए। महाराज कहने लगे कि ये संसार की सच्चाई है। जगत में झूठी देखी प्रीत, अपने ही सुख स्यों सब लागे, क्या दारा क्या मीत। मेरो मेरो सबे कहत है, हित स्यो बांध्यो चीत। अंत काल संगी नह को, यह अचरज है रीत। महाराज कहने लगे जगत की झूठी प्रीत है, ते जदों फिर लोड़ हुंदी है, मतलब हुंदा है हित स्यो बांधियो चीत। प्रेम विखाउणा करदे ने, मिठियां गल्लां मार करके दूसरे दा चित है जिहड़ा जितण दी कोशिश करदे ने। हित स्यो बांधियो चीत, अपने प्रेम दे नाल अगले नूं बन लेना करदे ने। पर महाराज कहने लगे कि ये जगत दी झूठी प्रीत है, इहदे विच ना किते फस जाइए, यह अचरज है रीत। महाराज कहने लगे अंत समय तेरा किसी ने साथ नहीं देना, अंत समय सब ने तेरा साथ छड़ देना है। प्रेत प्रेत कर भागी, फिर सारियां ने तेनू प्रेत प्रेत कह के तेरे तो दूर भजना है। यही जगत दी सच्चाई है, यही रीत है जगत दी। महाराज कहने लगे जित दिन देह बिन ससी, तित वेलै कहसन प्रेत। जदों इस देही दे अंदरों श्वास निकल जाते ने, जिहड़ी अंदर आत्मा वसी हुई है परम आत्मा विच जा करके मिल जाती है, इस देही नूं देख करके फिर सारे दूर भजदे ने। प्रेत कहंदे हन, आकड़ चलायन दूत जामा, किसै ना देनी पेत। गुरु महाराज श्री गुरु अर्जन देव महाराज कहने लगे पकड़ चलायन दूत जम, कि ओ मौत दे जिहड़े फरिश्ते हन, जदों फिर मौत होंदी है किसी नूं कोई भेद नहीं दिंदी। मौत दे जिहड़े फरिश्ते हन आके साडे सिर ते खड़े हो जाते ने, साडी इस देही दे विचों प्राण ने जिहड़े ओ खिच करके लै जाते ने, ते देही है जिहड़ी इत्थे ही डिग जाती है। महाराज कहने लगे कदे ये नहीं होया कि उन्हां जमां ने आउण तो पहला कोई स्नेहा भेजिया होवे, कोई संदेशा भेजिया होवे, कोई हलकारा भेजिया होवे कि भाई असी आ रहे हां, अपना प्रबंध कर लै। महाराज कहने लगे वो जिहड़े जम ने वो फिर साडे सिर ते आकर के खड़े हो जाते ने, सानू कोई भेद नहीं देना करदे, सानू कोई दसना नहीं करदे। पकड़ चलायन दूत जम, सानू पकड़ करके है जिहड़ा खिच करके ले जाना करदे हन, किसे ना देनी भेद। महाराज कहने लगे किसी नूं कोई भेद नहीं दिंदे, किसी नूं कोई दसदे नहीं, किसी नूं कोई संदेशा नहीं भेजदे कि असी तेरे अंदरों तेरे प्राण खिचण लई आ रहे हां। महाराज कहने लगे जीव है जिहड़ा इस पक्षों अनजान है। फरीदा दरियावे कन्ने बगुला, बैठा केल करे, केल करेंदे हाजनो, अचिंते बाज पे तिस रब दी केला विसरिया, जो मन चेतना चेते सन, सो गाली रब कीयां। साडी चित चेते ही नहीं है कि सानू मौत आनी है, सानू चेते ही नहीं कि जेकर हुण इत्थे बैठे हां, जेकर बाहर जाना है पता नहीं साडे श्वास चलने हन कि नहीं चलने, सानू कोई भेद नहीं, सानू कुछ पता नहीं है। साडे चित्त विच ये गल नहीं आउंदी, असी साडे मन विच होर गल्लां चलदियां रहिंदियां ने, दुनियावी धंधे चलदे रहिंदे ने। अज मैं इस तरह करना है, अज फलाने थां जाना है, मन है जिहड़ा इन्हां कम्मां विच खुबिया रहिंदा है।
ਇਸੇ ਲਈ ਭਗਤ ਫਰੀਦ ਸਾਹਿਬ ਕਹਿੰਦੇ ਹਨ, ਜੋ ਮਨ ਚਿਤ ਨਾ ਚੇਤੇ ਸਨ, ਕਿ ਜੋ ਮਨ ਦੇ ਵਿੱਚ ਚੇਤੇ ਹੀ ਨਹੀਂ ਸੀ, ਅਸੀਂ ਸੋਚਿਆ ਹੀ ਨਹੀਂ ਸੀ, ਸੋ ਗਾਲੀ ਰੱਬ ਕੀਆਂ ਉਹ ਗੱਲਾਂ ਉਸ ਰੱਬ ਨੇ ਕਰ ਦਿੱਤੀਆਂ ਨੇ, ਉਹ ਭਾਣਾ ਸਾਡੇ ਨਾਲ ਵਰਤ ਗਿਆ ਹੈ ਜੋ ਸਾਨੂੰ ਚੇਤੇ ਹੀ ਨਹੀਂ ਸੀ। ਮਹਾਰਾਜ ਕਹਿਣ ਲੱਗੇ, ਉਹ ਫਿਰ ਕਿਸੇ ਨੂੰ ਭੇਦ ਨਹੀਂ ਦੇਣਾ ਕਰਦੇ। ਜਦੋਂ ਤੇਰਾ ਅੰਤਿਮ ਸਮਾਂ ਆ ਗਿਆ, ਜਦੋਂ ਤੇਰੇ ਸਵਾਸ ਪੂਰਨ ਹੋ ਜਾਣੇ ਨੇ, ਫਿਰ ਉਸ ਅਕਾਲ ਪੁਰਖ ਪਰਮਾਤਮਾ ਦਾ ਹੁਕਮ ਹੋ ਗਿਆ, ਜਦੋਂ ਉਹ ਫਿਰ ਜਮ ਆਉਣਗੇ, ਮੌਤ ਦੇ ਫਰਿਸ਼ਤੇ ਆਉਣਗੇ ਤੇ ਤੇਰੇ ਇਸ ਸਰੀਰ ਦੇ ਅੰਦਰੋਂ ਉਹ ਸਹਜੇ ਹੀ ਤੇਰੇ ਪ੍ਰਾਣ ਨੇ ਜਿਹੜੇ ਕੱਢ ਕਰਕੇ ਲੈ ਜਾਣਗੇ। ਛੱਡ ਖੜੋਤੇ ਖਿਨੈ ਮਾਹੇ, ਜਿਨ ਸੋ ਲਗਾ ਹੀਤ। ਮਹਾਰਾਜ ਕਹਿਣ ਲੱਗੇ, ਫਿਰ ਜਦੋਂ ਤੇਰੇ ਇਸ ਦੇਹੀ ਦੇ ਅੰਦਰੋਂ ਪ੍ਰਾਣ ਕੱਢੇ ਜਾਣਗੇ, ਭਾਵ ਤੇਰੀ ਇਸ ਦੇਹੀ ਦੇ ਅੰਦਰੋਂ ਉਹ ਆਤਮਾ ਖਿੱਚ ਕਰਕੇ ਲੈ ਜਾਣਗੇ ਜਮਦੂਤ, ਫਿਰ ਕੀ ਹੋਵੇਗਾ? ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਮਹਾਰਾਜ ਕਹਿਣ ਲੱਗੇ ਕਿ ਜਿਨ੍ਹਾਂ ਦੇ ਨਾਲ ਤੇਰਾ ਸਨੇਹ ਸੀ, ਜਿਨ੍ਹਾਂ ਦੇ ਨਾਲ ਤੇਰਾ ਆਪਣੇ ਪ੍ਰੇਮ ਬਣਿਆ ਹੋਇਆ ਸੀ, ਸਾਰੀ ਉਮਰ ਜਿਨ੍ਹਾਂ ਦੇ ਉੱਤੇ ਲੁਟਾ ਦੇਣੀ ਕੀਤੀ, ਸਾਰਾ ਜੀਵਨ ਹੈ ਜਿਹੜਾ ਉਹ ਉਹਨਾਂ ਦੇ ਲੇਖੇ ਲਾ ਦਿੱਤਾ, ਭਾਵ ਉਹਨਾਂ ਨੂੰ ਠੱਗੀਆਂ ਠੋਰੀਆਂ ਕਮਾ ਕਰਕੇ, ਧਨ ਪੈਸਾ ਹੈ ਜਿਹੜਾ ਲਿਆ ਕਰਕੇ ਦਿੰਦਾ ਰਿਹਾ, ਆਖਿਰਕਾਰ ਛੱਡ ਖੜੋਤੇ ਖਿਨੈ ਮਾਹੇ, ਅੰਤ ਸਮੇਂ ਉਹ ਤੇਰਾ ਪੱਲਾ ਛੱਡ ਕਰਕੇ ਇੱਕ ਪਾਸੇ ਹੋ ਜਾਣਗੇ। ਛੱਡ ਖੜੋਤੇ ਖਿਨੈ ਮਾਹੇ, ਉਹ ਤੇਰਾ ਅੰਤ ਸਮੇਂ ਪੱਲਾ ਛੱਡ ਕੇ ਇੱਕ ਪਾਸੇ ਹੋ ਕਰਕੇ ਖੜੇ ਹੋ ਜਾਣਗੇ ਤੇ ਅੰਤ ਸਮੇਂ ਜਮਾਂ ਦੀ ਮਾਰ ਤੈਨੂੰ ਹੀ ਸਹਿਣੀ ਪੈਣੀ ਹੈ। ਮਹਾਰਾਜ ਕਹਿਣ ਲੱਗੇ ਕਿ ਸਾਰੀ ਉਮਰ ਤੂੰ ਬੜੇ ਪਰਪੰਚ ਕਮਾ ਕਰਕੇ, ਬੜੇ ਠੱਗੀਆਂ ਠੋਰੀਆਂ ਕਮਾ ਕਰਕੇ, ਧਨ ਪੈਸਾ ਹੈ ਜਿਹੜਾ ਲਿਆਉਣਾ ਕੀਤਾ, ਕਮਾਈ ਕਰਕੇ ਆਪਣੇ ਸੁਪੁੱਤਰ ਧੀਆਂ ਤੇ ਜਿਹੜਾ ਉਹ ਲਟਾਉਣਾ ਕੀਤਾ, ਪਰ ਕੀ ਹੋਇਆ? ਉਹ ਜਿਹੜੀ ਕਮਾਈ ਕੀਤੀ ਸੀ, ਠੱਗੀਆਂ ਠੋਰੀਆਂ ਰਿਸ਼ਵਤਾਂ ਲਈਆਂ ਸੀ, ਕਮਾਈ ਕੀਤੀ ਸੀ, ਮਹਾਰਾਜ ਕਹਿਣ ਲੱਗੇ ਜਿਨ੍ਹਾਂ ਉੱਪਰ ਤੂੰ ਸਾਰੀ ਉਮਰ ਲਟਾਉਂਦਾ ਰਿਹਾ ਹੈ, ਆਖਿਰਕਾਰ ਜਦੋਂ ਅੰਤ ਸਮਾਂ ਆਵੇਗਾ, ਉੱਥੇ ਫਿਰ ਇਹਨਾਂ ਨੇ ਤੇਰੇ ਕੰਮ ਨਹੀਂ ਆਉਣਾ। ਅੰਤ ਨਵੇੜਾ ਤੇਰੇ ਜੀ ਪਹਿਲੀਜੈ, ਅੰਤ ਸਮੇਂ ਜਿਹੜਾ ਨਵੇੜਾ ਹੈ ਤੇਰੇ ਜਿੱਦ ਤੋਂ ਲਿਆ ਜਾਣਾ ਹੈ। ਮਹਾਰਾਜ ਕਹਿਣ ਲੱਗੇ ਉੱਥੇ ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ। ਇਹ ਸਾਰੇ ਪ੍ਰੇਮ ਦੇ ਵਿੱਚ ਬੱਧੇ ਹੋਏ ਨੇ ਜਿਹੜੇ ਇਹ ਤੇਰੇ ਰਿਸ਼ਤੇ ਨੇ, ਅੰਤ ਸਮੇਂ ਇਹਨਾਂ ਨੇ ਤੈਨੂੰ ਛੱਡ ਜਾਣਾ ਹੈ। ਸਿਰਫ ਪ੍ਰੇਮ ਦੇ ਕਰਕੇ, ਸਿਰਫ ਮਤਲਬ ਦੇ ਕਰਕੇ, ਧਨ ਪੈਸੇ ਦੇ ਕਰਕੇ ਇਹ ਤੇਰੇ ਨਾਲ ਜੁੜੇ ਹੋਏ ਨੇ, ਤੇ ਜਿਸ ਦਿਨ ਤੇਰੇ ਇਸ ਦੇਹੀ ਦੇ ਅੰਦਰੋਂ ਪ੍ਰਾਣ ਨਿਕਲ ਜਾਣੇ ਹਨ, ਉਸ ਸਮੇਂ ਇਹਨਾਂ ਨੇ ਤੇਰੇ ਤੋਂ ਦੂਰ ਹੋ ਜਾਣਾ ਹੈ। ਫਿਰ ਉਸ ਸਮੇਂ ਅਕਾਲ ਪੁਰਖ ਪਰਮਾਤਮਾ ਦੀ ਦਰਗਾਹੇ ਜਦੋਂ ਕਬੂਲ ਹੋਣ ਦੀ ਵਾਰੀ ਆਉਣੀ ਹੈ, ਉਸ ਸਮੇਂ ਕਿਸੇ ਤੇਰੇ ਸਕੇ ਸੰਬੰਧੀ ਨੇ, ਕਿਸੇ ਤੇਰੇ ਰਿਸ਼ਤੇ ਨੇ ਕੰਮ ਨਹੀਂ ਆਉਣਾ। ਫਿਰ ਉਸ ਸਮੇਂ ਜੇਕਰ ਕੋਈ ਕੰਮ ਆਉਣ ਵਾਲਾ ਹੈ ਤੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ, ਜਿਹੜਾ ਜਮਾਂ ਦੀ ਉਸ ਮਾਰ ਤੋਂ ਤੈਨੂੰ ਬਚਾ ਲਵੇਗਾ, ਆਪਣਾ ਹੱਥ ਦੇ ਕਰਕੇ ਰੱਖਿਆ ਕਰੇਗਾ ਤੇਰੀ। ਹੱਥ ਮਰੋੜੈ ਤਨ ਕਪੇ, ਸਿਆਉ ਵਾਸੀਤ। ਮਹਾਰਾਜ ਕਹਿਣ ਲੱਗੇ ਕਿ ਜੀਵ ਹੈ ਜਿਹੜਾ ਸਾਰੀ ਉਮਰ ਇਸ ਦੇਹੀ ਨੂੰ ਸਵਾਰਨ ਦੇ ਵਿੱਚ ਲੱਗਾ ਹੁੰਦਾ ਹੈ, ਰੂਪ ਰੰਗ ਨੂੰ ਸਵਾਰਨ ਦੇ ਵਿੱਚ ਲੱਗਾ ਹੁੰਦਾ ਹੈ, ਜਵਾਨ ਅਵਸਥਾ ਦੇ ਵਿੱਚ ਇਸ ਦੇਹੀ ਨੂੰ ਸਵਾਰਦਾ ਹੈ, ਸੁੰਦਰਤਾ ਸਮਾਜ ਨੂੰ ਵਿਖਾਉਂਦਾ ਹੈ। ਪਰ ਮਹਾਰਾਜ ਕਹਿਣ ਲੱਗੇ ਇਸ ਦੇਹੀ ਨੇ ਵੀ ਸਮੇਂ ਦੇ ਅਨੁਸਾਰ ਢਲਣਾ ਹੈ। ਜੇਕਰ ਬਾਲ ਅਵਸਥਾ ਹੈ ਇਹਨੇ ਜਵਾਨੀ ਵਿੱਚ ਜਾਣਾ ਹੈ, ਤੇ ਜੇਕਰ ਜਵਾਨੀ ਹੈ ਤੇ ਇਹਨੇ ਬਿਰਧ ਅਵਸਥਾ ਦੇ ਵਿੱਚ ਆ ਜਾਣਾ ਹੈ। ਫਿਰ ਕੀ ਹੋਵੇਗਾ? ਹੱਥ ਮਰੋੜੈ ਤਨ ਕਪੇ, ਸਿਆਹੁ ਹੋਵਾ ਸੇਤ। ਜਿੱਥੇ ਇਸ ਸੁੰਦਰ ਕੱਪੜਿਆਂ ਨੂੰ ਪਹਿਨਣਾ ਕਰਦਾ ਹੈ, ਇਹਦੇ ਤੇ ਦਾਗ ਨਹੀਂ ਲੱਗਣ ਦਿੰਦਾ, ਇਸ ਦੇਹੀ ਨੂੰ ਸੁੰਦਰ ਵਿਖਾਉਣ ਦੀ ਕੋਸ਼ਿਸ਼ ਕਰਦਾ ਹੈ ਸਮਾਜ ਨੂੰ। ਮਹਾਰਾਜ ਕਹਿਣ ਲੱਗੇ ਫਿਰ ਅੰਤ ਸਮੇਂ ਕੀ ਹੋਵੇਗਾ? ਹੱਥ ਮਰੋੜੈ। ਫਿਰ ਉਹ ਜਾਮਣੇ ਜਿਹੜੇ ਤੇਰੇ ਹੱਥਾਂ ਨੂੰ ਮਰੋੜਨਾ ਕਰਨਗੇ। ਹੱਥ ਮਰੋੜੈ ਤਨ ਕਪੈ, ਤੇ ਜਦੋਂ ਤੇਰੀ ਇਹ ਜਵਾਨੀ ਢਲ ਜਾਵੇਗੀ, ਬਿਰਧ ਅਵਸਥਾ ਆਵੇਗੀ, ਹੱਥ ਨੇ ਜਿਹੜੇ ਤੇਰਾ ਸਰੀਰ ਹੈ ਥਰ ਥਰ ਕੰਬਣ ਲੱਗੇਗਾ। ਮਹਾਰਾਜ
ਗੁਰਬਾਣੀ ਵਿੱਚ ਵੀ ਕਈ ਥਾਂ ਫਰਮਾਨ ਕਰਦੇ ਨੇ ਕਿ ਇਹ ਜਿਹੜਾ ਜੀਵਨ ਹੈ ਹਮੇਸ਼ਾ ਨਹੀਂ ਰਹਿਣ ਵਾਲਾ, ਇਹ ਜਿਹੜੀ ਅਵਸਥਾ ਹੈ ਸਮੇਂ ਦੇ ਅਨੁਸਾਰ ਬਦਲਦੀ ਰਹਿੰਦੀ ਹੈ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹ। ਇਹ ਸਰੀਰ ਹੈ ਹੁਣ ਜਿਹੜਾ ਬੁੱਢਾ ਹੋ ਗਿਆ ਹੈ ਤੇ ਸਾਰੀ ਦੇਹ ਹੀ ਕੰਬਦੀ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਕਿ ਫਿਰ ਅੰਤ ਸਮੇਂ ਤੇਰੀ ਦੇਹੀ ਜਦੋਂ ਬਿਰਧ ਅਵਸਥਾ ਵਿੱਚ ਪਹੁੰਚ ਜਾਵੇਗੀ ਤੇ ਕੰਬੇਗੀ। ਫਿਰ ਸਿਆਹ ਹੋਵਾ ਸੇਧ ਕਿ ਜਿਸ ਦੇਹੀ ਨੂੰ ਤੂੰ ਦਾਗ ਨਹੀਂ ਲੱਗਣ ਦਿੱਤਾ, ਜਿਸ ਸੁੰਦਰ ਕੱਪੜਿਆਂ ਤੇ ਕੋਈ ਦਾਗ ਨਹੀਂ ਲੱਗਣ ਦਿੰਦਾ ਸੀ, ਆਪਣੀ ਸੁੰਦਰਤਾ ਸਮਾਜ ਨੂੰ ਵਿਖਾਉਂਦਾ ਸੀ ਜਵਾਨ ਅਵਸਥਾ ਦੇ ਵਿੱਚ, ਤੇ ਅੱਜ ਬਿਰਧ ਅਵਸਥਾ ਦੇ ਵਿੱਚ ਪਹੁੰਚ ਗਿਆ ਹੈ, ਤਣ ਕੰਬਦਾ ਹੈ। ਸਰੀਰ ਦੇ ਉੱਪਰ ਜਿਹੜੇ ਕੱਪੜੇ ਪਹਿਨੇ ਹੋਏ ਨੇ ਦਾਗੋ ਦਾਗ ਹੋ ਗਏ ਨੇ। ਇਹ ਅਵਸਥਾ ਹੈ ਤੇਰੀ। ਹੁਣ ਤੇਰੇ ਵਿੱਚ ਇਹ ਹਿੰਮਤ ਨਹੀਂ ਕਿ ਉੱਠ ਕਰਕੇ ਮੈਂ ਆਪਣਾ ਆਪ ਸੰਭਾਲ ਸਕਾਂ। ਸਰੀਰ ਹੈ ਇਤਨਾ ਬਿਰਧ ਹੋ ਗਿਆ ਹੈ ਕਿ ਉੱਠ ਕੇ ਪਾਣੀ ਦਾ ਗਲਾਸ ਵੀ ਨਹੀਂ ਪੀ ਸਕਦਾ। ਮਹਾਰਾਜ ਕਹਿਣ ਲੱਗੇ ਇਹ ਤੇਰੀ ਸਥਿਤੀ ਹੈ, ਇਸ ਨੂੰ ਭੁੱਲਣਾ ਨਾ ਕਰ, ਇਹ ਤੇਰੇ ਤੇ ਵਾਪਰਨੀ ਹੈ। ਹੱਥ ਮਰੋੜਾ ਤਣ ਕਪੇ ਸਿਆਹ ਹੋਵਾ ਸੇਤ। ਮਹਾਰਾਜ ਕਹਿਣ ਲੱਗੇ ਕਿ ਅੰਤ ਸਮੇਂ ਫਿਰ ਜਦੋਂ ਇਹ ਤੇਰੀ ਦੇਹੀ ਨੇ ਕੰਮ ਕਰਨਾ ਛੱਡ ਦੇਣਾ ਹੈ, ਸਾਰੀ ਉਮਰ ਜਿਹੜੇ ਪਰਪੰਚ ਕਮਾਉਂਦਾ ਰਿਹਾ, ਜਿਨ੍ਹਾਂ ਵਾਸਤੇ ਸਭ ਕੁਝ ਲੁਟਾਉਂਦਾ ਰਿਹਾ, ਉਹਨਾਂ ਨੇ ਤੇਰਾ ਸਾਥ ਨਹੀਂ ਦੇਣਾ। ਤੇ ਸਾਧ ਸੰਗਤ ਜੀ, ਇਸ ਸਮਾਜ ਵਿੱਚ ਆਪਾਂ ਦੇਖ ਹੀ ਰਹੇ ਹਾਂ ਕਿ ਜਿਨ੍ਹਾਂ ਮਾਤਾ ਪਿਤਾ ਨੇ ਆਪਣੇ ਬੱਚਿਆਂ ਵਾਸਤੇ ਸਾਰੀ ਉਮਰ ਕਮਾਈ ਕੀਤੀ ਹੋਵੇ, ਜ਼ਮੀਨ ਜਾਇਦਾਦ ਚੰਗਾ ਘਰ-ਬਾਰ ਆਪਣੇ ਬੱਚਿਆਂ ਨੂੰ ਬਣਾ ਕਰਕੇ ਦਿੱਤਾ ਹੋਵੇ, ਤੇ ਬੱਚੇ ਫਿਰ ਜਦੋਂ ਸੋਝੀ ਆਪਣੀ ਸੰਭਾਲ ਲੈਂਦੇ ਨੇ, ਜਵਾਨ ਹੋ ਜਾਂਦੇ ਨੇ, ਘਰ-ਬਾਰ ਵਾਲੇ ਹੋ ਜਾਂਦੇ ਨੇ, ਫਿਰ ਉਹਨਾਂ ਹੀ ਮਾਤਾ ਪਿਤਾ ਨੂੰ ਆਪਣੇ ਘਰੋਂ ਬਾਹਰ ਕੱਢ ਦਿੰਦੇ ਨੇ, ਦਰ-ਦਰ ਦੇ ਠੋਕਰਾਂ ਖਾਣ ਲਈ ਮਜਬੂਰ ਕਰ ਦਿੰਦੇ ਨੇ ਆਪਣੇ ਮਾਤਾ ਪਿਤਾ ਨੂੰ। ਮਹਾਰਾਜ ਕਹਿਣ ਲੱਗੇ ਇਹ ਤੇਰੀ ਸਥਿਤੀ ਹੈ ਜੀਵ, ਕਿ ਜਦੋਂ ਤੂੰ ਬਿਰਧ ਅਵਸਥਾ ਵਿੱਚ ਪਹੁੰਚੇਗਾ, ਇਹ ਸੱਚਾਈ ਹੈ ਕਿ ਜੇਕਰ ਤੂੰ ਚਾਹੁੰਦਾ ਹੈ ਕਿ ਇਹ ਸਥਿਤੀ ਤੇਰੇ ਤੇ ਨਾ ਵਾਪਰੇ, ਭਾਵ ਅਵਸਥਾ ਤਾਂ ਬਦਲਦੀ ਰਹਿਣੀ ਹੈ। ਜੇਕਰ ਜਵਾਨੀ ਹੈ ਤੇ ਬਿਰਧ ਤਾਂ ਜ਼ਰੂਰ ਹੋਵੇਗਾ, ਪਰ ਮਹਾਰਾਜ ਕਹਿਣ ਲੱਗੇ ਇਹ ਦੁੱਖਾਂ ਦੀ ਸਥਿਤੀ ਜਿਹੜੀ ਤੇਰੇ ਤੇ ਬਣਦੀ ਹੈ ਬਿਰਧ ਅਵਸਥਾ ਦੇ ਵਿੱਚ ਜਾ ਕਰਕੇ, ਜੇਕਰ ਇਹਦੇ ਤੋਂ ਬਚਣਾ ਚਾਹੁੰਦਾ ਹੈ, ਆਪ ਨੂੰ ਪਰਮੇਸ਼ਰ ਨਾਲ ਜੁੜਨਾ ਕਰ ਤੇ ਆਪਣੇ ਬੱਚਿਆਂ ਨੂੰ ਪਰਮੇਸ਼ਰ ਦੇ ਨਾਲ ਜੁੜਨ ਦੇ ਸੰਸਕਾਰ ਦੇ। ਜੇਕਰ ਆਪ ਜੁੜਿਆ ਹੋਵੇਗਾ ਤਾਂ ਹੀ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਸਕੇਗਾ, ਉਹਨਾਂ ਨੂੰ ਜੋੜ ਸਕੇਗਾ। ਜੇਕਰ ਤੂੰ ਆਪ ਹੀ ਦੁਆਸ਼ ਭਾਵਨਾ ਦੇ ਵਿੱਚ ਲੱਗਿਆ ਹੋਇਆ ਹੈ, ਦਰ-ਦਰ ਤੇ ਫਿਰਦਾ ਹੈ, ਥਾਂ-ਥਾਂ ਤੇ ਮੰਗਦਾ ਫਿਰਦਾ ਹੈ, ਝੋਲੀਆਂ ਅੜਦਾ ਹੈ, ਮਹਾਰਾਜ ਕਹਿਣ ਲੱਗੇ ਫਿਰ ਤੇਰਾ ਵੀ ਪਾਰ ਉਤਾਰਾ ਨਹੀਂ ਤੇ ਨਾ ਹੀ ਫਿਰ ਤੇਰੇ ਬੱਚਿਆਂ ਦਾ ਪਾਰ ਉਤਾਰਾ ਹੈ। ਤੂੰ ਵੀ ਫਿਰ ਘਰੋਂ ਕੱਢਿਆ ਜਾਵੇਂਗਾ ਤੇ ਦਰ-ਦਰ ਤੇ ਠੋਕਰਾਂ ਖਾਂਦਾ ਫਿਰੇਗਾ, ਤੇਰਾ ਵੀ ਕਿਸੇ ਨੇ ਸਾਥ ਨਹੀਂ ਦੇਣਾ। ਹੱਥ ਮਰੋੜਾ ਤਨ ਕਪੇ ਸਿਆਹ ਹੋਵਾ ਸੇਤ। ਸਰੀਰ ਕੰਬਦਾ ਹੈ, ਤਣ ਤੇ ਕੱਪੜੇ ਹੋਏ ਪਹਿਨੇ ਦਾਗੋ ਦਾਗ ਹੋ ਜਾਂਦੇ ਨੇ, ਤੇ ਅੰਤ ਸਮੇਂ ਜਮ ਆ ਕਰਕੇ ਤੇਰੇ ਹੱਥ ਪੈਰ ਮਰੋੜਨਾ ਕਰਦੇ ਹਨ। ਜਿਹਾ ਬੀਜੈ ਸੋ ਲੁਣੈ ਕਰਮ ਸੰਦੜਾ ਖੇਤ। ਮਹਾਰਾਜ ਕਹਿਣ ਲੱਗੇ ਇਹ ਇਸ ਕਰਕੇ ਸਹਿਣਾ ਕਰਦਾ ਹੈ ਕਿਉਂਕਿ ਇਹ ਤੇਰਾ ਆਪਣਾ ਬੀਜਿਆ ਹੋਇਆ ਹੈ। ਜਿਹਾ ਬੀਜੈ ਸੋ ਲੁਣੈ ਕਰਮ ਸੰਦੜਾ ਖੇਤ, ਕਿ ਜੋ ਕੁਛ ਵੀ ਇਸ ਮਨ ਰੂਪੀ ਖੇਤ ਦੇ ਵਿੱਚ ਬੀਜਣਾ ਕੀਤਾ ਹੈ, ਫਿਰ ਜੋ ਤੂੰ ਬੀਜਿਆ ਹੈ ਅੰਤ ਖਲੋਆ ਆਏ, ਫਿਰ ਉਹੀ ਅੰਤ ਸਮੇਂ ਤੇਰੇ ਸਾਹਮਣੇ ਆ ਫੈਲਿਆ ਹੈ, ਭਾਵ ਪੈਦਾ ਹੋ ਗਿਆ ਹੈ, ਤੇ ਹੁਣ ਉਹਨੂੰ ਹੀ ਵੱਢਣਾ ਪੈਣਾ ਹੈ। ਜੇਕਰ ਤੂੰ ਚੰਗੇ ਕਰਮਾਂ ਦਾ ਬੀਜ ਬੀਜੇਗਾ ਤਾਂ ਤੇਰੇ ਉਹ ਚੰਗੇ ਕਰਮ ਬਣ ਜਾਣਗੇ, ਤੈਨੂੰ ਸੁੱਖ ਪ੍ਰਾਪਤ ਹੋਣਗੇ। ਪਰ ਜੇਕਰ ਤੂੰ ਬੀਜ ਹੀ ਮੰਦੇ ਬੀਜ ਬੈਠਾ ਹੈ, ਔਗਣਾ ਵਾਲੇ ਬੀਜ ਬੋ ਬੈਠਾ ਹੈ, ਤੇ ਤੇਰੇ ਕਰਮ ਕਿੱਥੇ ਉਹ ਚੰਗੇ ਹੋਣਗੇ। ਮਹਾਰਾਜ ਕਹਿਣ ਲੱਗੇ ਇਹ ਜਿਹੜਾ ਤੂੰ ਬੀਜ ਇਸ ਮਨ ਰੂਪੀ ਖੇਤੀ ਦੇ ਵਿੱਚ ਬੀਜਿਆ ਹੈ,
ਫਿਰ ਉਹੀ ਤੇਰੇ ਸਾਹਮਣੇ ਆ ਕਰਕੇ ਪੈਦਾਵਾਰ ਹੋਣੀ ਹੈ, ਉਹਨੂੰ ਹੀ ਵੱਢਣਾ ਪੈਣਾ ਹੈ। ਜਿਸ ਪ੍ਰਕਾਰ ਕਿਸਾਨ ਹੈ ਜਿਹੜਾ ਜਿਹੋ ਜਿਹਾ ਬੀਜ ਪਾਉਂਦਾ ਹੈ ਉਹੋ ਜੀ ਹੀ ਫਸਲ ਪ੍ਰਾਪਤ ਕਰਦਾ ਹੈ, ਉਸੇ ਪ੍ਰਕਾਰ ਹੈ ਜੀਵ ਜਿਹਾ ਬੀਜੈ ਸੋ ਲੁਣੈ। ਕਰਮਾ ਸੰਦੜਾ ਖੇਤ ਜਿਹੋ ਜਿਹਾ ਬੀਜੇਗਾ ਉਹ ਜਿਹੇ ਤੇਰੇ ਕਰਮ ਬਣ ਜਾਣਗੇ। ਨਾਨਕ ਪ੍ਰਭ ਸਰਣਾਗਤੀ ਚਰਨ ਬੋਇਤ ਪ੍ਰਭ ਦੇਤ। ਮਹਾਰਾਜ ਨੇ ਸ਼ਬਦ ਦੇ ਅੰਦਰ ਜੀਵ ਦੇ ਭਰਮ ਦੀ ਗੱਲ ਕੀਤੀ ਕਿ ਜੀਵ ਆਪਣੇ ਭਰਮ ਵਿੱਚ ਫਸਿਆ ਹੈ, ਨਾ ਉਹਨੂੰ ਮੌਤ ਦਾ ਚੇਤਾ ਹੈ, ਨਾ ਉਸ ਪਰਮੇਸ਼ਰ ਦਾ ਨਾਮ ਚੇਤੇ ਹੈ। ਉਸ ਖਸਮ ਮਾਲਕ ਨੂੰ ਵਿਸਾਰ ਦਿੱਤਾ ਹੈ, ਆਪਣੇ ਹੀ ਦੁਨੀਆ ਦੇ ਰੰਗਾਂ ਭੇਦਾਂ ਦੇ ਵਿੱਚ ਫਸਿਆ ਹੋਇਆ ਹੈ, ਦੁਆਇਸ਼ ਭਾਵਨਾ ਦੇ ਵਿੱਚ ਫਸ ਕਰਕੇ ਆਪਣੇ ਕਰਮ ਵਿਗਾੜ ਰਿਹਾ ਹੈ। ਮਹਾਰਾਜ ਕਹਿਣ ਲੱਗੇ ਕਿ ਜੇਕਰ ਇਸ ਸਭ ਤੋਂ ਬਚਣਾ ਹੈ, ਜੇਕਰ ਚਾਹੁੰਦਾ ਹੈ ਕਿ ਮੇਰਾ ਇਹ ਭਰਮ ਮਿਟ ਜਾਵੇ, ਮੈਂ ਉਸ ਪਰਮੇਸ਼ਰ ਦੇ ਨਾਲ ਜੁੜ ਜਾਵਾਂ, ਮੌਤ ਮੇਰੇ ਅੰਦਰ ਉਹ ਬਰਕਰਾਰ ਰਵੇ, ਮੈਨੂੰ ਚੇਤੇ ਰਵੇ, ਅਕਾਲ ਪੁਰਖ ਪਰਮਾਤਮਾ ਦਾ ਭੈ ਡਰ ਮੇਰੇ ਅੰਦਰ ਬਣ ਜਾਵੇ। ਮਹਾਰਾਜ ਕਹਿਣ ਲੱਗੇ ਨਾਨਕ ਪ੍ਰਭ ਸ਼ਰਨਾਗਤੀ ਚਰਨ ਗੋਹਿਤ ਪ੍ਰਭ ਦੇਤ। ਫਿਰ ਉਸ ਅਕਾਲ ਪੁਰਖ ਪਰਮਾਤਮਾ ਪ੍ਰਭੂ ਪਰਮੇਸ਼ਰ ਦੀ ਸ਼ਰਨਾਗਤੀ ਹੈ, ਜਿਹੜੀ ਸ਼ਰਨ ਹੈ, ਉਹਦੇ ਨਾਲ ਜੁੜਨਾ ਕਰ, ਸੱਚੇ ਗੁਰਾਂ ਦੀ ਸੰਗਤ ਵਿੱਚ ਜਾਣਾ ਕਰ, ਮੁਖੀ ਗੁਰਾਂ ਦਾ ਉਪਦੇਸ਼ ਹੈ ਜਿਹੜਾ ਸ਼ਬਦ ਹੈ ਉਹਨੂੰ ਧਾਰਨ ਕਰੇਗਾ, ਨਾਮ ਨੂੰ ਧਾਰਨ ਕਰ ਲਵੇਗਾ ਤੇ ਫਿਰ ਕੀ ਹੋਵੇਗਾ? ਚਰਨ ਗੋਹਿਤ ਪ੍ਰਭ ਦੇਤ। ਕਿ ਜਿਹੜੇ ਗੁਰੂ ਮਹਾਰਾਜ ਦੇ ਪਾਵਨ ਚਰਨ ਹਨ ਇੱਕ ਜਹਾਜ਼ ਦੀ ਨਿਆਈ ਨੇ। ਜੇਕਰ ਸੱਚੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵੇਗਾ ਤੇ ਇਸ ਭਵਜਲ ਸੰਸਾਰ ਤੋਂ ਪਾਰ ਹੋ ਜਾਵੇਗਾ। ਉਹ ਗੁਰੂ ਮਹਾਰਾਜ ਮਹਾਨ ਬਖਸ਼ਿਸ਼ਾਂ ਕਰਨ ਵਾਲਾ ਸਮਰੱਥ ਅੰਤਰਜਾਮੀ ਪਾਤਸ਼ਾਹ ਹੈ ਤੇ ਜੇਕਰ ਉਹਦੇ ਚਰਨਾਂ ਤੇ ਆਪਣਾ ਸਭ ਕੁਝ ਵਾਰ ਦੇਣਾ ਕਰੇਗਾ, ਸਮਰਪਿਤ ਕਰ ਦੇਵੇਗਾ ਤੇ ਅਕਾਲ ਪੁਰਖ ਪਰਮਾਤਮਾ ਤੇਰੇ ਤੇ ਬਖਸ਼ਿਸ਼ ਕਰਕੇ, ਮਿਹਰ ਕਰਕੇ ਆਪਣੇ ਨਾਮ ਰੂਪੀ ਜਹਾਜ਼ ਦੇ ਵਿੱਚ ਸਵਾਰ ਕਰਕੇ ਇਸ ਸੰਸਾਰ ਤੋਂ ਪਾਰ ਕਰ ਦੇਣਾ ਕਰੇਗਾ। ਮਹਾਰਾਜ ਕਹਿਣ ਲੱਗੇ ਕਿ ਫਿਰ ਇਹ ਵੀ ਨਾ ਭੁੱਲਣਾ ਕਰੀਏ ਕਿ ਜਿਸ ਪ੍ਰਕਾਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਭਾਈ ਮੱਖਣ ਸ਼ਾਹ ਲੁਬਾਣੀ ਦਾ ਡੁੱਬਦਾ ਹੋਇਆ ਜਹਾਜ਼ ਵਿੱਚ ਜਿਹੜਾ ਬੰਨੇ ਲਾਇਆ ਸੀ, ਡੁੱਬਦੀ ਹੋਈ ਬੇੜੀ ਹੈ ਜਿਹੜੀ ਉਹ ਬੰਨੇ ਲਾਈ ਸੀ, ਭਾਈ ਗੁਰਦਾਸ ਜੀ ਨੇ ਜਦੋਂ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਿਆ ਸੀ ਤੇ ਵਗਦਾ ਹੋਇਆ ਬਿਆਸਾ ਜਿਹੜਾ ਉਹ ਤੁਰ ਕੇ ਪਾਰ ਕਰ ਲਿਆ ਸੀ। ਭਾਵ ਪਾਣੀ ਤੇ ਚੱਲ ਕਰਕੇ ਸਾਰੀ ਸੰਗਤ ਬਿਆਸਾ ਨਦੀ ਨੂੰ ਪਾਰ ਕਰ ਗਈ ਸੀ। ਮਹਾਰਾਜ ਕਹਿਣ ਲੱਗੇ ਕਿ ਉਹ ਅਕਾਲ ਪੁਰਖ ਪਰਮਾਤਮਾ ਦੇ ਜੇਕਰ ਚਰਨਾਂ ਨਾਲ ਜੁੜ ਜਾਈਏ, ਇਤਨੀ ਸਮਰੱਥਾ ਹੈ ਉਸ ਪਰਮੇਸ਼ਰ ਦੇ ਅੰਦਰ ਕਿ ਆਪਣੇ ਭਗਤਾਂ ਦੀ ਸੰਤਾਂ ਦੀ ਉਹ ਲਾਜ ਰੱਖ ਲੈਣੀ ਕਰਦਾ ਹੈ। ਇਸ ਕਰਕੇ ਭਾਈ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਨਾ ਕਰੀਏ ਤੇ ਇਸ ਸੰਸਾਰ ਸਾਗਰ ਤੋਂ ਜਿਹੜਾ ਉਹ ਪਾਰ ਹੋ ਜਾਣਾ ਕਰੀਏ। ਸੇ ਭਾਦੋਏ ਨਰਕ ਨਾ ਪਾਈਐ ਗੁਰ ਰਖਣ ਭਾਲਾ ਹੇਤ। ਇਸ ਪਾਵਨ ਸ਼ਬਦ ਦੀ ਅਖੀਰਲੀ ਪੰਕਤੀ ਦੇ ਅੰਦਰ ਗੁਰੂ ਮਹਾਰਾਜ ਫਰਮਾਰੇ ਹਨ, ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਮਹਾਰਾਜ ਕਹਿਣ ਲੱਗੇ ਕਿ ਭਾਦੋਂ ਦਾ ਮਹੀਨਾ ਉਹਨਾਂ ਲਈ ਸਫਲ ਹੋ ਜਾਂਦਾ ਹੈ। ਭਾਦੋਂ ਦੇ ਮਹੀਨੇ ਵਿੱਚ ਜਿਹੜੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜ ਜਾਂਦੇ ਨੇ, ਜਿਹੜੀਆਂ ਜੀਵ ਇਸਤਰੀਆਂ ਉਸ ਖਸਮ ਮਾਲਕ ਨੂੰ ਭਾ ਜਾਂਦੀਆਂ ਹਨ, ਮਹਾਰਾਜ ਕਹਿਣ ਲੱਗੇ ਸੇ ਭਾਦੋਏ ਨਰਕ ਨਾ ਪਾਈਐ। ਫਿਰ ਅੰਤ ਸਮੇਂ ਜਦੋਂ ਉਹਨਾਂ ਦਾ ਮੌਤ ਉਹਨਾਂ ਦੇ ਸਿਰ ਤੇ ਆਉਂਦੀ ਹੈ, ਮਹਾਰਾਜ ਕਹਿਣ ਲੱਗੇ ਕਿ ਫਿਰ ਭਾਦੋਂ ਦੇ ਮਹੀਨੇ ਵਿੱਚ ਜਿਹੜੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੀਵ ਜੁੜ ਜਾਂਦੇ ਨੇ, ਅੰਤ ਸਮੇਂ ਅਕਾਲ ਪੁਰਖ ਪਰਮਾਤਮਾ ਉਹਨਾਂ ਦੀ ਰੱਖਿਆ ਕਰਦੇ ਹਨ, ਉਹਨਾਂ ਨੂੰ ਫਿਰ ਨਰਕਾਂ ਦੀ ਜਮਾਂ ਦੀ ਮਾਰ ਤੋਂ ਬਚਾ ਲੈਣਾ ਕਰਦੇ ਹਨ। ਗੁਰ ਰੱਖਣ ਵਾਲਾ ਹੇਤ ਕਿ ਉਹ ਰੱਖਿਆ ਕਰਨ ਵਾਲਾ ਜਿਹੜਾ ਅਕਾਲ ਪੁਰਖ ਪਰਮਾਤਮਾ ਹੈ, ਆਪਣੀ ਮਿਹਰ ਦੀ ਦ੍ਰਿਸ਼ਟੀ ਪਾ ਕਰਕੇ, ਬਖਸ਼ਿਸ਼ ਕਰਕੇ, ਆਪਣਾ ਹੱਥ ਦੇ ਕਰਕੇ ਜਿਹੜਾ ਰੱਖ ਲੈਣਾ ਕਰਦਾ ਹੈ। ਇਸ ਸੰਸਾਰ ਦੇ ਅੰਦਰ ਅਨੇਕਾਂ ਵਿਕਾਰਾਂ ਔਗਣਾਂ ਤੋਂ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ ਜਿਹੜਾ ਉਹ ਬਚਾ ਲੈਣਾ ਕਰਦਾ ਹੈ। ਪਰ ਗੁਰੂ ਮਹਾਰਾਜ ਕਹਿੰਦੇ ਵੀ ਉਹਦੇ ਨਾਲ ਜੁੜਨਾ ਤਾਂ ਕਰੀਏ।
ਜੇਕਰ ਅਸੀਂ ਇਹਨਾਂ ਭਰਮਾਂ ਦੇ ਵਿੱਚ ਪੈ ਕਰਕੇ ਉਸ ਪਰਮੇਸ਼ਰ ਤੋਂ ਦੂਰ ਹਾਂ ਤੇ ਸਾਡਾ ਇਸ ਸੰਸਾਰ ਦੇ ਵਿੱਚ ਆਇਆ ਵਿਅਰਥ ਹੈ। ਫਿਰ ਸਾਡੇ ਇਸ ਸੰਸਾਰ ਦੇ ਵਿੱਚ ਕੀਤੇ ਹੋਏ ਜਿਹੜੇ ਕੰਮ ਧੰਦੇ ਨੇ ਉਹ ਵਿਅਰਥ ਨੇ, ਕਿਉਂਕਿ ਇਹ ਤਾਂ ਨਾਸ਼ਵੰਤ ਨੇ। ਸਾਡੇ ਸਰੀਰ ਨਾਸ਼ਵੰਤ ਹੈ, ਕੰਮ ਧੰਦੇ ਨਾਸ਼ਵੰਤ ਨੇ। ਅਸੀਂ ਇਹਨਾਂ ਦੇ ਵਿੱਚ ਉਲਝ ਕਰਕੇ ਆਪਣਾ ਸਾਰਾ ਜੀਵਨ ਲੰਘਾ ਦਿੰਦੇ ਹਾਂ। ਗੁਰੂ ਮਹਾਰਾਜ ਕਹਿਣ ਲੱਗੇ ਕਿ ਭਾਈ ਭਾਦੋਂ ਦਾ ਮਹੀਨੇ ਦਾ ਉਪਦੇਸ਼ ਇਹੀ ਹੈ ਕਿ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨਾਲ ਜਿਹੜੇ ਜੁੜ ਜਾਂਦੇ ਨੇ ਫਿਰ ਅੰਤ ਸਮੇਂ ਜਮਾਂ ਦੀ ਮਾਰ ਤੋਂ ਬਚ ਜਾਂਦੇ ਨੇ, ਨਰਕਾਂ ਦੇ ਭਾਗੀ ਹੋਣ ਤੋਂ ਬਚ ਜਾਂਦੇ ਨੇ। ਅਕਾਲ ਪੁਰਖ ਪਰਮਾਤਮਾ ਆਪ ਕਿਰਪਾ ਕਰਕੇ ਰੱਖਿਆ ਕਰ ਲੈਣੀ ਕਰਦੇ ਹਨ। ਸੋ ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਮਹਾਰਾਜ ਨੇ 12 ਮਾਹ ਦੇ ਅੰਦਰ ਭਾਦੋਂ ਮਹੀਨੇ ਦਾ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਪੜ ਸੁਣ ਕੇ ਹਿਰਦਿਆਂ ਦੇ ਵਿੱਚ ਵਸਾਈਏ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਗੁਰੂ ਮਹਾਰਾਜ ਕਿਰਪਾ ਕਰਨ, ਜਿਸ ਤਰ੍ਹਾਂ ਸਾਵਣ ਦਾ ਮਹੀਨਾ ਆਪਣੇ ਭਾਣੇ ਦੇ ਵਿੱਚ ਬਤੀਤ ਕਰਵਾ ਲਿਆ ਹੈ, ਇਸੇ ਤਰ੍ਹਾਂ ਆਪਣੀ ਸੇਵਾ ਟਹਿਲ ਨਾਮ ਜਪਾ ਕਰਕੇ ਭਾਦੋਂ ਦਾ ਮਹੀਨਾ ਆਪਣੀ ਭਾਣੇ ਦੇ ਵਿੱਚ ਬਤੀਤ ਕਰਵਾ ਲੈਣ। ਸੋ ਸਾਧ ਸੰਗਤ ਜੀ, ਬੋਲਦਿਆਂ ਪਾਸੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਅਖੀਰਲੀਆਂ ਪੰਕਤੀਆਂ ਸ਼ਰਵਣ ਕਰੋ ਜੀ। ਨਾਨਕ ਪ੍ਰਭ ਸਰਣਾਗਤੀ ਚਰਨ ਬਹੁਤ ਪ੍ਰਭ ਦੇਤ, ਸੇ ਭਾਗੋਏ ਨਰਕ ਨ ਪਾਈਐ, ਗੁਰ ਰਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।